पावन चरना विच बड़ी ही श्रद्धा दे नाल सदिया दे दीवाना विच आप जी जुड़ बैठे हो। भागा भरिया समा प्राप्त होया है। आओ इस समय की सांझ पाइए। निवाणियां दे मान, निताणियां दे तान, नियोटियां दी ओट, निआसरियां दे आसरे सतगुरु गुरु अमरदास पातशाह जी दे पावन प्रकाश पुरब ते सारियां संगतां नूं लख लख बधाइयां। आओ चल रहे पावन इतिहास के प्रसंगां नाल मन व्यक्तियां नूं जोड़िए। कल दे प्रकरणां विच आप जी ने सरवण कीता। आखिरकार जयराम जियां दी दित्ती हुई सलाह दोनों ही परिवारां नूं ठीक लगी। गुरु नानक पातशाह जी के बड़े सपुत्र बाबा श्री चंद वो अपनी भूआ जी नानकी जी के पास ही रहेंगे। तोड़ विछोड़े का समा आया है। मूल चंद जी ने अपने वचन निभा के विखाए। अपनी सपुत्री सुलखणी के समेत रथ विच बह के इथों विदायगी लेके चले गए। खुश दोने परिवारां दे विचों कोई भी नहीं। ना ते खुशी पक्षों के रंधावे वालियां नूं मिली है ते ना सुल्तानपुर लोधी वाले मन बुझे हुए ने। हर वेले चिंता व्याप रही है, किते कोई भी किनारा दिसदा नहीं। इन्हां सारे प्रसंगां नूं आप जी ने बड़े विस्तार सहित सरवण कीता है। आओ कुछ समा मन चित व्यक्तियां नूं एकाग्र चित बनाइए। पाओ प्रेम दी सांझ। आसीस बख्शो गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। दिन बहु चढ़ियो पंथ वड जाना। चलहो समूले बचन बखाना। महान आत्मा भाई बाला जी गुरु नानक साहब जी दे पावन चोजां दा बखियान करदे ने। जदों तो सतगुर दी जंगलां दे विच जा चौकड़ा ला के बह गए। दुनियावी तौर ते परिवार अज टुटदा टुटदा टुट गया। सवेर का वेला सी। मूल चंद जी ने अपने वचन निभा के विखाए। हुक्म कीता परिवार नूं रथ विच बैठो। अंत वेले गल लग के रोए ने सारे। बहुत दुखी ने। भरे मन दे नाल माता सुलखणी जी अपने सपुत्र लक्ष्मी दास नूं नाल लेके रथ विच बैठ गए। जयराम ते बेबे नानकी कर कुछ नहीं सकते। लाचार अखां दे नाल अपने परिवार दे हिस्से नूं बिखरदा वेख रहे ने। लक्ष्मी दास लेकर माता गमनी तबे
ਸੰਗ ਨਿਜ ਤਾਤਾ। ਮਾਂ ਸੁਲੱਖਣੀ ਆਪਣੇ ਛੋਟੇ ਸਪੁੱਤਰ ਲਖਮੀ ਦਾਸ ਨੂੰ ਲੈ ਕੇ ਤੁਰ ਪਏ ਨੇ, ਪਰ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਨੂੰ ਉਹਨਾਂ ਦੇ ਭੂਆ ਜੀ ਕੋਲ ਛੱਡ ਗਏ। ਚਲੋ ਦੋਨੇ ਪਰਿਵਾਰਾਂ ਨੂੰ ਇੱਕ ਇੱਕ ਬੱਚਾ ਸਹਾਰੇ ਵਾਸਤੇ ਕਾਫੀ ਹੈ, ਪਰ ਕਿਤੇ ਨਾ ਕਿਤੇ ਇਹਨਾਂ ਬੱਚਿਆਂ ਕਰਕੇ ਪਰਿਵਾਰ ਮਿਲਦਾ ਜੁਲਦਾ ਰਹੇਗਾ। ਮਾਂ ਸੁਲੱਖਣੀ ਆਪਣੀ ਮਾਤਾ ਚੰਦੋ ਰਾਣੀ ਪਿਤਾ ਮੂਲ ਚੰਦ ਜੀ ਦੇ ਸਮੇਤ ਆਪਣੇ ਪਿੰਡ ਪੱਖੋ ਕੇ ਰੰਧਾਵਿਆਂ ਨੂੰ ਚੱਲ ਪਈ। ਪਿੱਛੋਂ ਸੁਲਤਾਨਪੁਰ ਲੋਧੀ ਦੇ ਵਿੱਚ ਬੜਾ ਸ਼ੋਕ ਦਾ ਮਾਹੌਲ ਹੈ। ਜੈ ਰਾਮ ਜੀਆਂ ਦੇ ਆਂਢੀ ਗਵਾਂਢੀ ਸ਼ਰੀਕੇ ਸਾਰੇ ਘਰ ਆ ਕੇ ਬੈਠੇ, ਬੜਾ ਦੁੱਖ ਵਡਾਉਂਦੇ ਨੇ। ਸ਼੍ਰੀ ਚੰਦ ਜੀ ਪੁਰ ਸੁਲਤਾਨਾ, ਰਹੇ ਨਾਨਕੇ ਢਿਗ ਸੁਖ ਦਾਨਾ। ਹੁਣ ਬਾਬਾ ਸ੍ਰੀ ਚੰਦ ਜੀ ਭੂਆ ਨਾਨਕੀ ਜੀ ਦੇ ਪਾਸ ਰੁਕ ਗਏ। ਪਰਵਰਿਸ਼ ਕੀ ਕਰ ਰਹੇ ਨੇ? ਬਚਪਨ ਤੋਂ ਲੈ ਕੇ ਵੱਡੀ ਉਮਰ ਤੱਕ ਇਹਨਾਂ ਨੇ ਸੁਲਤਾਨਪੁਰ ਲੋਧੀ ਵਿੱਚ ਰਹਿ ਕੇ ਹੀ ਆਪਣਾ ਜੀਵਨ ਦੀ ਗੁਜ਼ਰ ਬਸਰ ਕੀਤੀ ਹੈ। ਪਰ ਉਧਰ ਮਾਤਾ ਸੁਲੱਖਣੀ ਜੀ ਆਪਣੇ ਲਾਲ ਨੂੰ ਲੈ ਕੇ, ਆਪਣੇ ਪਰਿਵਾਰ ਨੂੰ ਲੈ ਕੇ ਪਿੰਡ ਪਹੁੰਚ ਗਏ। ਪਿੰਡ ਗਿਆ ਵੀ ਪਿੰਡ ਵਿੱਚ ਮਾਹੌਲ ਬੜੇ ਦੁੱਖ ਦਾ ਹੈ, ਬੜੇ ਤਣਾਅ ਦਾ ਹੈ। ਪੱਖੋ ਕੇ ਰੰਧਾਵਿਆਂ ਪਿੰਡ ਦਾ ਪੰਚ ਹਿੱਤਾ ਚੱਲ ਕੇ ਆਇਆ। ਹਿੱਤਾ ਤੇ ਅਜਿੱਤਾ ਪਿਓ ਪੁੱਤਰ ਦੋਨੋਂ ਚੱਲ ਕੇ ਆਏ ਨੇ। ਮੂਲ ਚੰਦ ਜੀ ਦੇ ਨਾਲ ਬੈਠ ਕੇ ਦੁੱਖ ਸਾਂਝਾ ਕਰਦੇ ਆ, ਕਿਉਂਕਿ ਇਹ ਬਹੁਤ ਵੱਡੀ ਘਟਨਾ ਹੈ। ਪਿਤਾ ਆਪਣੀ ਧੀ ਨੂੰ ਵਾਪਸ ਲੈ ਕੇ ਆਏ ਨੇ, ਜਦ ਕਿ ਕੋਈ ਹੋਣਾ ਨਹੀਂ ਸੀ ਚਾਹੀਦਾ। ਪਿੰਡ ਦੇ ਪੰਚ ਨੇ, ਪਿੰਡ ਦੇ ਸਰਪੰਚ ਚੌਧਰੀ ਕਹਿ ਲਓ, ਉਹਨਾਂ ਨੇ ਦਿਲਾਸਾ ਦਿੱਤਾ ਕੋਈ ਗੱਲ ਨਹੀਂ, ਥੋੜਾ ਸਮਾਂ ਪਾਓ, ਹੋ ਸਕਦਾ ਹੈ ਦੋਨੇ ਤਰਫਾਂ ਤੋਂ ਮਾਹੌਲ ਠੀਕ ਹੋ ਜਾਵੇ, ਮਨ ਸ਼ਾਂਤ ਹੋ ਜਾਣ। ਮੂਲ ਚੰਦ ਜੀ ਦੇ ਮਨ ਵਿੱਚ ਬੜਾ ਵਿਰਾਗ ਭਰਿਆ ਸੀ, ਉੱਪਾ ਮਾਰ ਕੇ ਰੋਏ ਨੇ। ਲੇਕਰ ਮੂਲਾ ਤਨੀਏ ਸੰਗਾ, ਗਇਓ ਨਗਰ ਨਿਜ ਜਿਹ ਮਨ ਭੰਗਾ। ਸਤਿਗੁਰਾਂ ਦੇ ਸਹੁਰਾ ਸਾਹਿਬ ਮੂਲ ਚੰਦ ਜੀ ਬੇਸ਼ੱਕ ਆਪਣੇ ਬੋਲ ਭਗਾ ਗਏ, ਆਪਣੀ ਧੀ ਸੁਲੱਖਣੀ ਨੂੰ ਆਪਣੇ ਪਿੰਡ ਲੈ ਆਏ, ਫੈਸਲਾ ਤੇ ਲੈ ਲਿਆ, ਪਰ ਹੁਣ ਪਛਤਾਵਾ ਹੋ ਗਿਆ। ਕਿਉਂਕਿ ਜਿਸ ਵੇਲੇ ਇਨਸਾਨ ਫੈਸਲੇ ਕਰਦਾ ਹੈ ਉਸ ਵੇਲੇ ਬੜਾ ਉਤਸ਼ਾਹਤ ਹੁੰਦਾ ਹੈ, ਤੇ ਜਦ ਉਹ ਫੈਸਲਾ ਲਾਗੂ ਹੋ ਜਾਂਦਾ ਹੈ, ਇਕੱਲਾ ਰਹਿ ਜਾਂਦਾ ਹੈ, ਫਿਰ ਪਛਤਾਵੇ ਤੋਂ ਬਿਨਾਂ ਪੱਲੇ ਤੱਕ ਵੀ ਨਹੀਂ ਹੁੰਦਾ। ਮੂਲ ਚੰਦ ਬੈਠੇ ਪਛਤਾਉਂਦੇ ਆ ਕਿ ਅਸੀਂ ਕੀ ਕਰ ਬੈਠੇ। ਗੁਰੂ ਨਾਨਕ ਸਾਹਿਬ ਮਾਰਗ ਤੇ ਪਹਿਲਾਂ ਹੀ ਫਕੀਰ ਨੇ, ਉਹ ਤੇ ਪਹਿਲਾਂ ਹੀ ਬੇਪਰਵਾਹ ਨੇ, ਉਹ ਤੇ ਘਰ ਪਰਵਾਹ ਨਹੀਂ ਸੀ ਕਰਦੇ, ਇੱਥੇ ਕਦੇ ਆਉਣਗੇ। ਮਨ ਨੂੰ ਝੋਲਾ ਲੱਗਦਾ ਏ ਅਬ ਤੇ ਰਹੀ ਸੁਲੱਖਣੀ ਤਹਿਵਾ, ਜਨਨ ਜਨਕ ਕੇ ਸਦਨ ਜਿਹਵਾ। ਭਾਈ ਬਾਲਾ ਜੀ ਦੱਸਦੇ ਨੇ, ਸਾਡੇ ਮਾਤਾ ਸੁਲੱਖਣੀ ਜੀ ਕਹਿੰਦੇ ਇਸ ਸਮੇਂ ਤੋਂ ਲੈ ਕੇ ਲੰਮਾ ਸਮਾਂ ਆਪਣੇ ਮਾਂ-ਬਾਪ ਦੇ ਘਰ ਪੇਕੇ ਘਰ ਰਹੇ, ਬੱਚੇ ਦੀ ਪਰਵਰਿਸ਼ ਕਰਦੇ, ਪਰ ਕਿਤੇ ਨਾ ਕਿਤੇ ਮਨ ਅੱਜ ਵੀ ਦੁਖੀ ਹੈ। ਉਹ ਸਮਾਂ ਕਿਹੋ ਜਿਹਾ ਸੀ? ਚਲੋ ਕਦੇ ਇੱਕ ਤੇ ਤਾਂਗ ਸੀ ਨਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਲੰਘਦੇ ਵੜਦੇ ਕਦੇ ਦਰਸ਼ਨ ਤੇ ਦੇ ਜਾਂਦੇ ਸੀ, ਭਾਵੇਂ 5 ਮਹੀਨੇ ਬਾਅਦ 6 ਮਹੀਨੇ ਬਾਅਦ ਘਰ ਤੇ ਆਉਂਦੇ ਹੀ ਸੀ। ਪਰ ਹੁਣ ਤੇ ਗੁਰੂ ਨਾਨਕ ਪਾਤਸ਼ਾਹ ਦੇ ਦੀਦਾਰ ਵੀ ਹੋਣੇ ਬੰਦ ਹੋ ਗਏ। ਉਹਨਾਂ ਇੱਥੇ ਕਦੇ ਨਹੀਂ ਆਉਣਾ, ਇਹਨਾਂ ਕਦੇ ਨਹੀਂ ਚੱਲ ਕੇ ਜਾਣਾ, ਕਿਉਂਕਿ ਮੂਲ ਚੰਦ ਕਹਿੰਦੇ ਮੈਂ ਫੈਸਲਾ ਲੈ ਲਿਆ, ਮੈਂ ਪਿੱਛੇ ਨਹੀਂ ਮੁੜ ਸਕਦਾ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਬੇਪਰਵਾਹ ਨੇ, ਉਹਨਾਂ ਦਾ ਕਿਹੜਾ ਵੈਰ ਵਿਰੋਧ ਸੀ ਪਰਿਵਾਰ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ। ਉਹ ਅਲੱਗ ਗੱਲ ਆ ਵੀ ਭਰਮ 'ਚ ਕੋਈ ਸਮਝ ਹੀ ਨਹੀਂ ਪਾਇਆ ਉਹਨਾਂ। ਹੁਣ ਮਾਤਾ ਸੁਲੱਖਣੀ ਸਾਡੇ ਆਪਣੇ ਘਰ ਵਿੱਚ ਰਹਿੰਦੇ ਆ, ਵਾਹਿਗੁਰੂ ਵਾਹਿਗੁਰੂ ਕਰਦੇ ਆ, ਨਾਮ ਜਪਦੇ ਆ, ਹਰ ਵੇਲੇ ਸੁਲਤਾਨਪੁਰ ਲੋਧੀ ਦਾ ਵਿਹੜਾ ਚੇਤੇ ਆਉਂਦਾ ਹੈ, ਉਹ ਘਰ ਯਾਦ ਆਉਂਦਾ ਹੈ, ਬਾਬਾ ਸ੍ਰੀ ਚੰਦ ਦੀ ਯਾਦ ਆਉਂਦੀ ਹੈ, ਉਹਨਾਂ ਦੇ ਖਿਆਲ ਆਉਂਦੇ ਨੇ। ਕਰਤ ਤੋਹਤੇ ਕੀ ਪ੍ਰਤਪਾਲਾ, ਲਾਲਤ ਮੂਲ ਆਨੰਦ ਵਿਸਲਾ। ਹੌਲੀ ਹੌਲੀ ਮੂਲ ਚੰਦ ਜੀ ਤੇ ਸੱਸ ਚੰਦੋ ਰਾਣੀ ਨੂੰ ਕਹਿੰਦੇ ਕਿ ਦੁੱਖ ਘਟਦਾ ਘਟਦਾ ਘਟਣਾ ਸ਼ੁਰੂ ਹੋ ਗਿਆ, ਧੀ ਦਾ ਦੁੱਖ ਘਟਣ ਲੱਗ ਗਿਆ। ਕਿਉਂ?
ਦੋਤੇ ਨਾਲ ਖੇਡਦੇ। ਬਾਬਾ ਲਖਮੀ ਦਾਸ ਵੱਡੇ ਹੋ ਰਹੇ ਨੇ, ਜਦ ਮਾਪੇ ਦੋਤਿਆਂ ਕੋਲ ਬਹਿੰਦੇ ਆ, ਫਿਰ ਧੀਆਂ ਦੇ ਦੁੱਖ ਭੁੱਲਣੇ ਤੇ ਘਟਣੇ ਸ਼ੁਰੂ ਹੋ ਜਾਂਦੇ ਆ। ਮੂਲ ਚੰਦ ਜੀ ਕਹਿੰਦੇ ਦੋਤੇ ਨਾਲ ਘੁੰਮਦੇ ਫਿਰਦੇ ਆ, ਖੇਡਦੇ ਆ। ਗੁਰੂ ਨਾਨਕ ਸਾਹਿਬ ਦਾ ਸਰੂਪ ਨੇ ਉਹ, ਚਿਹਰਾ ਮੂਹਰਾ ਬਿਲਕੁਲ ਉਹੋ ਜਿਹਾ ਹੀ ਹੈ। ਕਹਿੰਦੇ ਉਹ ਦੁੱਖ ਗਮ ਘਟ ਗਿਆ, ਪਰ ਸੱਲ ਤੇ ਕਿਤੇ ਨਾ ਕਿਤੇ ਹੈ। ਇਹਦਾ ਮਤਲਬ ਇਹ ਤਾਂ ਨਹੀਂ ਵੀ ਜੇ ਦੋਤੇ ਨਾਲ ਖੇਡਦੇ ਤੇ ਦੁੱਖ ਜਮੀ ਖਤਮ ਹੋ ਗਿਆ, ਖਤਮ ਨਹੀਂ ਹੋਇਆ, ਭੁੱਲਿਆ ਹੈ, ਵਿਸਰਿਆ। ਪਰਵਰਿਸ਼ ਕਰਦੇ ਰਹੇ। ਨਾਨਾ ਨਾਨੀ ਆਪਣੇ ਦੋਤੇ ਨੂੰ ਬੜਾ ਪਿਆਰ ਕਰਦੇ। ਇੱਧਰ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਜੀ ਬਾਬਾ ਸ੍ਰੀ ਚੰਦ ਜੀ ਨਾਲ ਪ੍ਰੇਮ ਕਰਦੇ ਨੇ। ਉਹ ਵੇਖਦੇ ਨੇ ਬਾਬਾ ਸ੍ਰੀ ਚੰਦ ਦਾ ਮੁਖੜਾ ਗੁਰੂ ਨਾਨਕ ਸਾਹਿਬ ਜੀ ਵਰਗਾ ਹੈ। ਇਹਨਾਂ ਚ ਉਹਨਾਂ ਦੇ ਦੀਦਾਰ ਕਰਦੇ ਰਹਿੰਦੇ ਨੇ। ਕਹਿੰਦੇ ਦੋਨੇ ਪਰਿਵਾਰ ਆਰੇ ਲੱਗ ਗਏ। ਘਰਾਂ ਵਿੱਚ ਛੋਟੇ ਛੋਟੇ ਬੱਚੇ ਜਦ ਹੁੰਦੇ ਆ ਨਾ, ਵੱਡੇ ਵੱਡੇ ਤਣਾਅ ਤੇ ਵੱਡੀਆਂ ਵੱਡੀਆਂ ਚਿੰਤਾਵਾਂ ਮਨੁੱਖ ਭੁੱਲ ਜਾਂਦੇ ਆ। ਬੱਚਿਆਂ ਦਾ ਹੋਣਾ ਘਰ ਵਿੱਚ ਬੜਾ ਜ਼ਰੂਰੀ ਹੁੰਦਾ ਹੈ। ਜਦ ਛੋਟੇ ਛੋਟੇ ਮਾਸੂਮ ਪਿਆਰ ਦੀਆਂ ਗੱਲਾਂ ਕਰਦੇ ਨੇ, ਬੰਦਾ ਵੱਡੇ ਵੱਡੇ ਡਿਪਰੈਸ਼ਨ ਭੁੱਲ ਜਾਂਦਾ ਹੈ, ਟੈਨਸ਼ਨਾਂ ਭੁੱਲ ਜਾਂਦਾ ਹੈ। ਉਹ ਬੁਢਾਪੇ ਵਿੱਚ ਵੀ ਜਵਾਨ ਦਿਸਣ ਲੱਗ ਪੈਂਦੇ। ਕਿਉਂ? ਕਿਉਂਕਿ ਨਿਆਣਮਤ ਤੇ ਬਚਪਨਾ ਇੱਕ ਐਸਾ ਹੈ, ਬੱਚੇ ਨਾਲ ਖੇਡਣ ਲੱਗ ਜਾਓ ਤੁਸੀਂ ਭੁੱਲ ਜਾਓਗੇ 60 ਸਾਲ ਦੇ ਹੋ, 65 ਸਾਲ ਦੇ ਹੋ। ਉਹ ਤੁਹਾਨੂੰ ਆਪਣੀ ਉਮਰ ਚ ਲੈ ਆਉਂਦਾ। ਪਰ ਅੱਜ ਬਾਬਾ ਸ੍ਰੀ ਚੰਦ ਬਚਪਨ ਚ ਹੀ ਇਕਾਂਤ ਰਹਿੰਦੇ। ਭੂਆ ਜੀ ਕੋਲ ਉਹ ਮਾਂ ਕਹਿੰਦੇ ਨੇ ਆਪਣੀ ਭੂਆ ਨੂੰ, ਸਾਰੀਆਂ ਗੱਲਾਂ ਸੁਣਦੇ ਵੀ ਨੇ, ਗੱਲਾਂ ਕਰਦੇ ਵੀ ਨੇ। ਪਰ ਗੁਰੂ ਨਾਨਕ ਸਾਹਿਬ ਜੀ ਵਰਗਾ ਸੁਭਾਅ ਹੈ ਉਹਨਾਂ ਦਾ, ਮੋਹ ਮਾਇਆ ਦਾ ਕੋਈ ਪ੍ਰਭਾਵ ਨਹੀਂ। ਦੋਹਰਾ ਵੇਖ ਕੋ ਚਾਲ ਕਲ ਕਲ ਕੋ, ਪਰ ਪਰ ਵਪਤਰ ਜਾਹੇ, ਪੂਰਨ ਹੋਇਓ ਧਿਆਏ ਅਬ, ਨਮਸਕਾਰ ਮਮਤਾਹੇ। ਮਹਾਕਵੀ ਭਾਈ ਸੰਤੋਖ ਸਿੰਘ ਜੀ ਪ੍ਰਸੰਗ ਦੀ ਸਮਾਪਤੀ ਕਰ ਰਹੇ ਨੇ। ਆਖ ਰਹੇ ਨੇ ਕਹਿੰਦੇ ਕਲਯੁਗ ਦਾ ਵਰਤਾਰਾ ਗੁਰੂ ਬਾਬੇ ਨੇ ਵਰਤਾ ਕੇ ਵਿਖਾਇਆ। ਵੀ ਦੁਨੀਆ ਵਾਲਿਓ, ਇੱਥੇ ਤੇ ਜੁੜਿਆਂ ਦੇ ਨਾਲ ਵੀ ਇਹ ਕੁਝ ਹੁੰਦਾ ਹੈ, ਹੁੰਦਾ ਰਹੇਗਾ। ਕਿਸੇ ਇੱਕ ਮਹਾਪੁਰਖ ਗੁਰੂ ਸਾਹਿਬਾਨ ਪੀਰ ਫਕੀਰ ਦਾ ਜੀਵਨ ਕੱਢ ਕੇ ਲੈ ਕੇ ਆਓ, ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਸੌਖੀ ਸੁੱਖ ਹੰਢਾਏ ਹੋਣ। ਕੋਈ ਇੱਕ ਦੱਸੋ ਜਿਹਨੇ ਨਾਮ ਜਪਿਆ, ਜ਼ਮਾਨੇ ਨੇ ਸਦਾ ਉਹਨੂੰ ਤੋੜਿਆ, ਦੁਨੀਆ ਸਦਾ ਉਹਦੇ ਮਗਰ ਲੱਗੀ ਹੈ। ਭਾਵੇਂ ਉਹ ਭਗਤਾਂ ਦਾ ਜੀਵਨ ਹੈ, ਭਾਵੇਂ ਉਹ ਸੰਤਾਂ ਮਹਾਂਪੁਰਖਾਂ ਦਾ ਹੈ, ਭਾਵੇਂ ਗੁਰੂ ਸਾਹਿਬਾਨਾਂ ਦਾ ਹੈ। ਸੁੱਖ ਨਹੀਂ ਆਇਆ ਜੀਵਨ ਵਿੱਚ। ਤਾਂ ਕਿਹੜਾ ਸੁੱਖ? ਦੁਨਿਆਵੀ। ਅੰਦਰੋਂ ਦੁਖੀ ਕਦੇ ਨਹੀਂ, ਅੰਦਰੋਂ ਤੇ ਸਦਾ ਸੁਖੀ। ਗੁਰੂ ਨਾਨਕ ਸਾਹਿਬ ਮਾਰਗ ਤੇ ਦੱਸੋ ਕੋਈ ਦੁੱਖ ਆ ਸਕਦਾ ਹੈ? ਕੋਈ ਦੁਖੀ ਕਰ ਸਕਦਾ ਹੈ ਉਹਨਾਂ ਨੂੰ? ਪਰ ਦੁਨਿਆਵੀ ਤੌਰ ਤੇ ਦੁਨੀਆ ਨੇ ਕਿੰਨਾ ਜ਼ੋਰ ਲਾ ਲਿਆ ਘਰ ਤੋੜਨ ਦਾ, ਮੋਤੀ ਖਾਨਾ ਉਜਾੜਨ ਦਾ। ਗੁਰੂ ਨਾਨਕ ਸਾਹਿਬ ਜੀ ਤੇ ਇਲਜ਼ਾਮ ਲਾਏ ਨੇ ਇਹ ਛੱਡ ਜਾਣ ਨਵਾਬ ਦੀ ਨੌਕਰੀ ਤੇ ਨਵਾਬ ਇਹਨਾਂ ਦੇ ਵਿਰੁੱਧ ਹੋ ਜੇ। ਇੰਨਾ ਜ਼ਮਾਨਾ ਦੁੱਖ ਦਿੰਦਾ ਰਿਹਾ ਪਰ ਮੇਰਾ ਬਾਬਾ ਨਾਨਕ ਕਦੇ ਦੁਖੀ ਨਹੀਂ ਹੋਇਆ। ਦਸੇ ਸਤਿਗੁਰਾਂ ਦਾ ਜੀਵਨ ਪੜ੍ਹ ਕੇ ਵੇਖੋ, ਸਤਿਗੁਰਾਂ ਦੇ ਜੀਵਨ ਵਿੱਚ ਦੁੱਖਾਂ ਦੀਆਂ ਪੰਡਾਂ ਗਿਰਦੀਆਂ ਸੀ ਆ ਕੇ ਹਮੇਸ਼ਾ, ਪਰ ਉਹਨਾਂ ਨੇ ਦੁੱਖਾਂ ਨੂੰ ਫੇਸ ਕੀਤਾ ਹੈ, ਦੁੱਖਾਂ ਨੂੰ ਆਪਣੇ ਜੀਵਨ ਵਿੱਚ ਝੱਲਿਆ, ਝੱਲ ਕੇ ਵਿਖਾਇਆ। ਇਹ ਵਿਖਾ ਦਿੱਤਾ ਵੀ ਇਹ ਦੁਨੀਆ ਦੇ ਦੁੱਖ ਸਾਨੂੰ ਦੁਖੀ ਨਹੀਂ ਕਰ ਸਕਦੇ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਉੱਤੇ ਕਿੰਨੇ ਪਹਾੜ ਟੁੱਟੇ ਨੇ ਦੁੱਖਾਂ ਦੇ। ਜੇ ਵੇਖਿਆ ਜਾਏ ਸੰਸਾਰੀ ਪੱਧਰ ਤੇ ਘਰ ਪਰਿਵਾਰ ਉਜੜ ਗਿਆ, 4 ਜਿਗਰ ਤੇ ਟੁੱਟੇ, ਕੁਰਬਾਨ ਹੋ ਗਏ, ਮਾਂ ਬਾਪ ਚਲੇ ਗਏ, ਜਾਨੋ ਪਿਆਰੇ ਸਿੰਘ ਚਲੇ ਗਏ, ਵਸਿਆ ਵਸਾਇਆ ਅਨੰਦਪੁਰ ਸਾਹਿਬ ਉਜੜ ਗਿਆ। ਜੇ ਹੁਣ ਵੇਖਿਆ ਜਾਏ ਜੀ ਤੇ ਦੁੱਖਾਂ ਦੇ ਪਹਾੜ ਨੇ। ਕ੍ਰਿਸ਼ਨ ਜੀ ਦਾ ਜੀਵਨ ਪੜ੍ਹ ਕੇ ਵੇਖੋ, ਜੇਲ੍ਹ ਵਿੱਚ ਜਾਨੂ ਹੋਏ, ਕਿਹੜੇ ਕਿਹੜੇ ਦੁੱਖ ਉਹਨਾਂ ਨੇ ਨਹੀਂ ਝੱਲੇ। ਸਕਾ ਮਾਮਾ ਸਾਰੀ ਜ਼ਿੰਦਗੀ ਮਗਰ ਲਗਾ ਰਿਹਾ। ਰਾਮਚੰਦਰ ਜੀ ਦਾ ਜੀਵਨ ਵੇਖ ਲਓ, ਲੋਕੀ ਭਗਵਾਨ ਮੰਨਦੇ, ਦੁਨੀਆ ਰੱਬ ਕਹਿੰਦੀ ਹੈ। 14 ਸਾਲ ਕਹਿਣੇ ਸੌਖੇ ਨੇ, ਜੰਗਲਾਂ ਵਿੱਚ ਠੋਕਰਾਂ ਖਾਧੀਆਂ, ਆਪਾਂ 14 ਘੰਟੇ ਨਹੀਂ ਕੱਢ ਸਕਦੇ। ਹਰ ਅਵਤਾਰੀ ਪੁਰਸ਼ ਦੇ ਜੀਵਨ ਵਿੱਚ ਦੁੱਖ ਸੀ, ਪਰ ਦੁੱਖ ਦੁਖੀ ਨਹੀਂ ਕਰ ਸਕਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਬੇਸ਼ੱਕ ਇਹਨਾਂ ਦਾ ਪਰਿਵਾਰ ਦੁਨਿਆਵੀ ਤੌਰ ਤੇ ਅੱਜ ਟੁੱਟ ਚੁੱਕਿਆ ਹੈ, ਦੁਖੀ ਲੱਗਦਾ ਹੈ, ਪਰ ਇਹ ਰੂਹਾਂ ਅੰਦਰੋਂ ਆਨੰਦਤ ਨੇ। ਕੋਈ ਫਰਕ ਨਹੀਂ ਪੈਂਦਾ।
ਮਹਾਕਵੀ ਭਾਈ ਸੰਤੋਖ ਸਿੰਘ ਆਖਦੇ ਆ, ਕਹਿੰਦੇ ਐਸੇ ਸਤਿਗੁਰਾਂ ਨੇ ਕਲ ਦਾ ਵਰਤਾਰਾ ਵਰਤਾ ਕੇ ਵਿਖਾਇਆ। ਭਾਈ ਕਲਯੁਗ ਦੇ ਵਿੱਚ ਪਰਮਾਤਮਾ ਤੁਹਾਡੇ ਤੇ ਕਸਵੱਟੀ ਲਾ ਕੇ ਵੇਖਦਾ ਕਿੰਨੇ ਕੁ ਕੱਚੇ ਤੇ ਕਿੰਨੇ ਕੁ ਪੱਕੇ। ਸੁਖ ਪਰਮਾਤਮਾ ਉਹਨਾਂ ਨੂੰ ਦਿੰਦਾ ਏ ਜਿਨ੍ਹਾਂ ਦੇ ਕੋਲੇ ਉਹ ਆਪ ਨਹੀਂ ਹੁੰਦਾ। ਆਖੋ ਸਤਿਨਾਮ। ਰੱਬ ਤੋਂ ਟੁੱਟੇ ਲੋਕਾਂ ਕੋਲ ਦੁਨਿਆਵੀ ਸੁੱਖ ਹੋਣਗੇ ਤੇ ਰੱਬ ਨਾਲ ਜੁੜਿਆਂ ਕੋਲ ਸਦਾ ਹੀ ਦੁੱਖ ਹੀ ਦੁੱਖ ਦਿਸਣਗੇ, ਸਦਾ ਹੀ ਦੁੱਖ। ਪਰ ਦੁੱਖਾਂ 'ਚ ਪਤਾ ਕੀ ਕਹਿੰਦੇ ਆ? ਦੁੱਖ ਵਿੱਚ ਸੁਖ ਬਣਾਈ। ਕਹਿੰਦੇ ਆ ਦੁੱਖ ਮੈਨੂੰ ਪਿਆਰੇ ਲੱਗਦੇ ਆ ਦੁੱਖ ਮੈਨੂੰ ਚੰਗੇ ਲੱਗਦੇ ਆ, ਇਹਨਾਂ ਦੁੱਖਾਂ ਕਰਕੇ ਮੈਨੂੰ ਮੇਰਾ ਪਿਆਰਾ ਹਰ ਪਲ ਚੇਤੇ ਆਉਂਦਾ, ਵਿਸਰਦਾ ਨਹੀਂ। ਦੁੱਖ ਤੇ ਰੱਬ ਦੀ ਦਾਤ ਹੈ, ਉਹ ਤੇ ਇੱਕ ਦਵਾਈ ਹੈ। ਅੱਜ ਗੁਰੂ ਨਾਨਕ ਪਾਤਸ਼ਾਹ ਬੇਪਰਵਾਹ ਹੋ ਕੇ ਜੰਗਲਾਂ ਵਿੱਚ ਬੈਠੇ ਆ, ਸਾਰਾ ਕੁਝ ਜਾਣਦੇ ਆ। ਕਹਿੰਦੇ ਕੋਈ ਨਹੀਂ, ਬਿਖਰ ਗਿਆ ਤਾਂ ਵੀ ਜੋ ਟੁੱਟਿਆ ਉਹਨੇ ਜੁੜਨਾ ਹੈ, ਜਿਹੜਾ ਜੁੜਿਆ ਉਹਨੇ ਟੁੱਟਣਾ ਹੈ। ਇਹ ਤੇ ਨਿਰੰਕਾਰ ਨੇ ਲਿਖਿਆ ਹੋਇਆ ਏ। ਦੋਹਰਾ ਸ੍ਰੀ ਗੁਰ ਪਗ ਹੈ ਕੀਲ ਕਾ, ਮਨ ਦਾਨੋ ਢਿਗ ਕੀਨ। ਨਵੇਂ ਪ੍ਰਸੰਗ ਦੀ ਆਰੰਭਤਾ ਕਰਦੇ ਹੋਏ ਉਹ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦੇ ਆ। ਕਹਿੰਦੇ ਸਤਿਗੁਰਾਂ ਦੇ ਚਰਨ ਨੇ ਨਾ ਜਿਹੜੇ, ਉਹ ਇੱਕ ਲੋਹੇ ਦੀ ਕੀਲੀ ਵਰਗੇ ਆ। ਚੱਕੀ ਦੇਖੀ ਆ, ਆਟਾ ਪੀਸਣ ਵਾਲੀ, ਕਣਕ ਚਨੇ ਪੀਸਦੇ ਆ, ਆਪਾਂ ਪੀਂਦੇ ਆ, ਪੀਸਿਆ ਜਾਂਦਾ ਹੈ। ਹਰ ਚੱਕੀ ਦੇ ਵਿੱਚ ਇੱਕ ਸੈਂਟਰਲ ਧੁਰਾ ਹੁੰਦਾ ਹੈ, ਕੀਲੀ ਬੈ। ਕਹਿੰਦੇ ਲੋਹੇ ਦੀ ਕੀਲੀ ਵਰਗੇ ਗੁਰੂ ਨਾਨਕ ਸਾਹਿਬ ਦੇ ਚਰਨ ਹਨ, ਉਹਨਾਂ ਦੀ ਪਾਵਨ ਕਥਾ ਹੈ, ਉਹਨਾਂ ਦੇ ਇਹ ਵਿਚਾਰ ਹਨ। ਕਹਿੰਦੇ ਸਿੱਖਾ ਤੇਰਾ ਫਰਜ਼ ਹੈ ਗੁਰੂ ਦੇ ਚਰਨਾਂ ਨਾਲ ਜੁੜਨਾ। ਜੇ ਤੂੰ ਜੁੜ ਕੇ ਰਹੇਗਾ ਬੜਾ ਕੁਝ ਖੱਟ ਜਾਵੇਗਾ। ਮਹਾਦਿਕ ਪਟ ਪਿਟਤ ਨਹੀਂ, ਰਾਖੇਂਗੇ ਲਖ ਦੀਨ। ਤੇ ਸਿੱਖ ਕਿਹੋ ਜਿਹਾ ਹੈ? ਸਿੱਖ ਹੈ ਦਾਣਿਆਂ ਦੇ ਸਮਾਨ। ਕਹਿੰਦੇ ਮੋਹ ਤੇ ਵਿਕਾਰਾਂ ਦੇ ਜਿਹੜੇ ਪੱਥਰ ਜਦੋਂ ਰਗੜਦੇ ਨੇ ਨਾ ਕਲਯੁਗ ਦੇ ਸਮੇਂ 'ਚ, ਜਿਹੜਾ ਦਾਣਾ ਪੱਥਰਾਂ ਥੱਲੇ ਆਇਆ ਰਗੜਿਆ ਗਿਆ, ਉਹ ਪੀਸਿਆ ਗਿਆ। ਪਰ ਜਿਹੜਾ ਦਾਣਾ, ਜਿਹੜਾ ਬੀਜ ਕੀਲੀ ਦੀ ਸ਼ਰਨ ਜਾ ਗਿਆ ਨਾ, ਸੈਂਟਰਲ ਧੁਰੇ, ਉਸ ਕੀਲੀ ਨੇ ਪੱਥਰਾਂ ਤੋਂ ਬਚਾ ਲਿਆ। ਜਦੋਂ ਉਸ ਚੱਕੀ ਦੇ ਪੁੜਾ ਨੂੰ ਚੁੱਕਿਆ ਗਿਆ, ਕੀਲੀ ਕੋਲ ਲੱਗੇ ਦਾਣੇ ਸਾਰੇ ਦੇ ਸਾਰੇ ਜਿਉਂਦੇ ਤਿਉਂ ਪਏ, ਬਾਕੀ ਸਾਰੇ ਰਗੜੇ ਗਏ। ਆਖੋ ਸਤਿਨਾਮ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਐਸੇ ਕੀਲੀ ਵਰਗੇ ਨੇ। ਆ ਭਵ ਸਾਗਰ ਦੇ ਦੁੱਖ ਤੁਹਾਡੇ ਤੇ ਆਉਣਗੇ ਤਾਂ ਕੀ ਹੋਇਆ? ਦੁਨੀਆ ਦੀਆਂ ਮਜਬੂਰੀਆਂ, ਜ਼ਮਾਨੇ ਦੇ ਦੁੱਖ ਆਉਣਗੇ। ਕਿੱਥੇ ਲਿਖਿਆ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਤੇਰੇ ਤੇ ਦੁੱਖ ਨਹੀਂ ਆ ਸਕਦੇ? ਕਦੇ ਦਿਖਾਓ ਕਿਤੇ ਲਿਖਿਆ ਕਿਤੇ? ਨਹੀਂ। ਮਰਦ ਤੇ ਇਹ ਕਹਿ ਰਹੇ ਆ, ਸੁੱਖ ਦੁੱਖ ਦੁਏਦਾਰ ਕੱਪੜੇ ਪਹਿਰੇ ਜਾਏ ਮਨੁੱਖ। ਕਹਿੰਦੇ ਸੁੱਖ ਤੇ ਦੁੱਖ ਮਨੁੱਖ ਦੇ ਕੱਪੜੇ ਨੇ, ਪਹਿਨਣੇ ਨੇ, ਪਹਿਨਣੇ ਪੈਂਦੇ ਆ। ਜੇ ਅਵਤਾਰੀ ਪੁਰਸ਼ਾਂ ਤੇ ਦੁੱਖ ਆਏ ਕਿ ਸਾਡੇ ਤੇ ਨਹੀਂ ਆਉਣਗੇ? ਅਸੀਂ ਪਤਾ ਕੀ ਕਹਿੰਦੇ, ਰੱਬਾ ਦੁੱਖ ਸੁੱਟ ਗਵਾਂਢੀਆਂ ਦੇ ਤੇ ਸੁੱਖ ਭੇਜ ਸਾਡੇ। ਆ ਬੇਇਨਸਾਫੀ ਉਹਦੇ ਘਰ 'ਚ ਨਹੀਂ। ਜੇ ਤੂੰ ਫੁੱਲ ਬੀਜੇ ਆ ਤੇ ਫਲ ਵੀ ਤੈਨੂੰ ਵੱਢ। ਜੇ ਕੰਡੇ ਬੀਜੇਗਾ ਨਾ ਤੇ ਫਿਰ ਪੈਰਾਂ 'ਚ ਵੀ ਵੱਜਣਗੇ ਤੇ ਫਿਰ ਖਾਣੇ ਵੀ ਪੈਣਗੇ, ਚੁੱਭਣਗੇ। ਇਹ ਨਹੀਂ ਹੈ ਕੰਡੇ ਤੂੰ ਬੀਜੇ ਤੇ ਚੁੱਭਣ ਲੋਕਾਂ ਦੇ ਤੇ ਤੂੰ ਫਲ ਖਾਵੇਂ। ਸਤਿਗੁਰ ਕਹਿੰਦੇ ਨਹੀਂ ਭਾਈ, ਆ ਮੋਹ ਆਦਿਕ ਦੇ ਫੱਟਿਆਂ ਤੋਂ ਪੱਥਰਾਂ ਤੋਂ ਗੁਰੂ ਬਚਾ ਲੈਂਦਾ ਹੈ। ਰਗੜੇ ਮਾੜੇ ਮੋਟੇ ਲੱਗ ਵੀ ਜਾਂਦੇ ਕਈ ਵਾਰ, ਪਰ ਜਿਹੜੇ ਦਾਣੇ ਨਾ ਉਸ ਕੀਲੀ ਦੇ ਨੇੜੇ ਆ ਕੇ ਕਹਿੰਦੇ ਉਹ ਸੇਫ ਰਹਿ ਜਾਂਦੇ। ਪਰ ਪਏ ਤਾਂ ਸੀ ਨਾ ਵਿੱਚ, ਟਿਕਣਾ ਤੇ ਪਿਆ ਨਾ ਉਹ ਥਾਂ ਦੇ ਵਿੱਚ, ਪਰ ਬਚ ਗਏ। ਗੁਰੂ ਬਚਾ ਲੈਂਦਾ ਏ। ਚੌਪਈ ਬਲ ਕਹੇ ਸੁਣੋ ਸ੍ਰੀ ਅੰਗਦ, ਸ੍ਰੀ ਗੁਰ ਕਥਾ ਦੇ ਸੁਖ ਸੰਪਦ। ਗੁਰੂ ਅੰਗਦ ਦੇ ਪਾਤਸ਼ਾਹ ਨੂੰ ਹੱਥ ਜੋੜ ਕੇ ਭਾਈ ਬਾਲਾ ਜੀ ਕਹਿੰਦੇ ਐ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਸਾਹਿਬ ਜੀ ਦੀ ਅਗਲੀ ਕਥਾ ਸੁਣੋ। ਇਸ ਟਾਈਮ ਗੁਰੂ ਅੰਗਦ ਦੇ ਮਰਦ ਬੜੇ ਬਰਾਗ ਵਿੱਚ ਬੈਠੇ। ਕਿੱਡਾ ਵੱਡਾ ਜਿਗਰਾ ਗੁਰੂ ਨਾਨਕ ਸਾਹਿਬ ਜੀ ਦਾ ਹੋਣਾ। ਵੱਡੇ ਤੋਂ ਭਾਵ ਕੋਈ ਗਿਣਤੀ 'ਚ ਨਹੀਂ ਆਪਾਂ ਕਹਿ ਸਕਦੇ ਵੀ ਐਡਾ ਹੋਣਾ। ਕਿੰਨਾ ਵੱਡਾ ਵਿਸ਼ਾਲ। ਪਤਾ ਹੋਵੇ ਵੀ ਸਾਡੇ ਗਿਆ ਘਰ ਬਚ ਸਕਦਾ ਹੈ। ਜੇ ਮਰਦ ਇੱਕ ਵਾਰ ਆ ਕੇ ਕਹਿ ਦਿੰਦੇ ਕਿਤੇ ਨਹੀਂ ਜਾਣਾ ਕਿਸੇ ਨੇ, ਜੁਰਤ ਸੀ ਮੂਲ ਚੱਲਣ ਦੀ, ਉਹ ਆਪਣੀ ਧੀ ਨੂੰ ਲੈ ਜਾਂਦੇ, ਦੋਤੇ ਨੂੰ ਲੈ ਜਾਂਦੇ। ਪਰ ਮਰਦ ਕਹਿੰਦੇ ਕੋਈ ਨਹੀਂ, ਜੋ ਹੁੰਦਾ ਚੰਗੇ ਲਈ ਹੁੰਦਾ, ਹੋ ਜਾਂਦੇ। ਰੋਣਾ ਗਾਹ ਹੈ, ਦੁੱਖ ਗਾਹ ਹੈ। ਅੱਜ ਸਾਡੇ ਨਾਲ ਜਦੋਂ ਕੁਝ ਵਾਪਰਦਾ ਹੈ ਅਸੀਂ ਕਈ ਵਾਰ ਰੋ ਪੈਂਦੇ ਆ, ਕਈ ਵਾਰ ਦੁਖੀ ਹੁੰਦੇ ਆ। ਫਲਾਣਾ ਸਾਡੇ ਨਾਲ ਏਦਾਂ ਕਰਦਾ, ਉਹਨੇ ਏਦਾਂ ਕਿਉਂ ਕੀਤਾ?
ਹੋ ਸਕਦਾ ਇਹਦੇ ਵਿੱਚ ਵੀ ਪਰਮਾਤਮਾ ਕੋਈ ਭਲਾ ਹੀ ਕਰਦਾ ਹੋਵੇ। ਕਰਦਾ ਕੀ ਕਰ ਰਿਹਾ ਹੈ। ਸਾਡੀ ਮੱਤ ਲੇਟ ਚੱਲਦੀ ਹੈ, ਸਾਡੀ ਸਮਝ ਬੜੀ ਦੇਰ ਬਾਅਦ ਦਰੁਸਤ ਹੋ ਗਈ ਜਾ ਕੇ। ਹੁਣ ਮਾਤਾ ਸੁਲੱਖਣੀ ਜੀ ਨੂੰ ਇਹ ਲੱਗਦਾ ਸੀ ਵੀ ਗੁਰੂ ਸਾਹਿਬ ਨੂੰ ਲੋਕੀ ਰੱਬ ਕਹਿੰਦੇ ਆ, ਇਹਨਾਂ ਤੇ ਆਪਣਾ ਘਰ ਨਹੀਂ ਸੰਭਾਲਿਆ। ਮੂਲ ਚੰਦ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੁੰਦੇ ਸੀ, ਕਹਿੰਦੇ ਮੈਂ ਤੇ ਪਹਿਲਾਂ ਹੀ ਕਹਿੰਦਾ ਸੀ ਕਿ ਇਹ ਹੋ ਨਹੀਂ ਹੋਣਾ। ਇਹ ਆੜਾ ਹੁੰਦਾ ਕੀ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਫਰਕ ਪੈ ਗਿਆ? ਕਿਸੇ ਨੇ ਉਹਨਾਂ ਨੂੰ ਬੜਾ ਕੁਝ ਬੋਲਿਆ, ਮਾੜਾ ਚੰਗਾ ਵੀ ਕਿਹਾ ਕਿ ਸਤਿਗੁਰਾਂ ਨੇ ਕਹਿਤਾ ਵੀ ਅੱਜ ਤੋਂ ਮੈਂ ਆਪਣਾ ਧਰਮ ਛੱਡਿਆ, ਮੈਂ ਨਹੀਂ ਜਾਂਦਾ ਬਈ ਮੈਂ ਤੇ ਘਰੇ ਬੈਠੂ ਨਹੀਂ। ਉਹ ਆਪਣੇ ਨਾਲ ਸਫਾਈ ਨਹੀਂ ਦਿੰਦੇ ਕਿਸੇ। ਅੱਜ ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੰਗਲ ਵਿੱਚ ਚੌਂਕੜਾ ਲਾ ਕੇ ਬੈਠੇ ਆ, ਖਾਣਾ ਪੀਣਾ ਤਿਆਗ ਦਿੱਤਾ। ਭਾਈ ਬਾਲਾ ਜੀ ਨੂੰ ਵੀ ਇੱਕ ਦਿਨ ਝਿੜਕ ਦਿੱਤਾ ਸੀ, ਕਹਿੰਦੇ ਬਾਲਿਆ ਬਹੁਤਾ ਨਾ ਸਾਡੇ ਕੋਲ ਆਇਆ। ਵੇਖੋ ਮੌਜ ਸੁਣਾ ਰਹੇ ਆ। ਕਹਿੰਦੇ ਕਦੇ ਤੇ ਮਰਦੇ, ਕਹਿੰਦੇ ਬਾਲਿਆ ਤੂੰ ਮੇਰਾ ਮਿੱਤਰ ਹੈ, ਤੂੰ ਮਿੱਤਰ ਮੇਰਾ ਸਭ ਤੋਂ ਵੱਧ ਪਿਆਰਾ, ਮੈਥੋਂ ਦੂਰ ਨਾ ਰਿਹਾ ਕਰ। ਤੇ ਕਦੇ ਕਦੇ ਕਹਿੰਦੇ ਬਾਲਿਆ ਬਾਰ-ਬਾਰ ਗੇੜੇ ਨਾ ਲਾਇਆ ਕਰ, ਤੇਰੇ ਕਰਕੇ ਧਿਆਨ ਟੁੱਟਦਾ। ਹੁਣ ਮਿੱਤਰ ਵੇਖੋ ਕਿੱਡਾ ਵੱਡਾ। ਜੇ ਮਿੱਤਰ ਹੁੰਦਾ ਵੀ ਮੈਨੂੰ ਜਦੋਂ ਪਿਆਰ ਕੀਤਾ ਤੇ ਮੈਨੂੰ ਬਾਬਾ ਚੰਗਾ ਲੱਗਦਾ ਸੀ, ਅੱਜ ਮੈਨੂੰ ਬਾਬੇ ਨਾਲ ਕਰੇ ਝਿੜਕਦਾ ਤੇ ਮੇਰਾ ਤੇ ਉਹ ਦੁਸ਼ਮਣ ਮੈਂ ਹੋ ਜਾਵਾਂ। ਨਹੀਂ ਸਮਝ ਨਹੀਂ ਸੀ ਆਖਣ ਲੱਗੇ ਮਹਾਰਾਜ ਸੁਣੋ, ਸਤਿਗੁਰਾਂ ਦੇ ਸਾਹਮਣੇ ਇੰਨਾ ਕੁਝ ਹੋ ਗਿਆ, ਰੰਜਕ ਮਾਤਰ ਵੀ ਉਹਨਾਂ ਨੂੰ ਫਰਕ ਨਾ ਪਿਆ। ਨਿਸਬਸ ਰਾਜੈ ਉਦਿਆਨਾ, ਜਿਸ ਦਰਸ਼ਨ ਦੁਖ ਦਰਦ ਹਨਾ। ਦਿਨ ਹੋਵੇ ਰਾਤ ਹੋਵੇ ਜੰਗਲਾਂ 'ਚ ਬੈਠੇ ਰਹਿੰਦੇ ਆ, ਸਾਰੀ ਘਟਨਾ ਸਤਿਗੁਰ ਜਾਣਦੇ ਆ। ਇੱਕ ਦਿਨ ਵੀ ਮਰਦ ਨੇ ਨਹੀਂ ਪੁੱਛਿਆ ਬਾਲਿਆ ਘਰ ਕੀ ਹੋਇਆ। ਮੰਨ ਲਾ ਜੇ ਇੰਨਾ ਵੀ ਪੁੱਛ ਲਿਆ ਨਾ ਵੀ ਹੋਇਆ ਕੀ, ਸਮਝੋ ਇੰਟਰਸਟ ਹੈ, ਦੁੱਖ ਹੈ, ਪੀੜਾ ਹੈ। ਜਾਣਦੇ ਹੋਇਆਂ ਵੀ ਕਦੇ ਪੁੱਛਿਆ ਹੀ ਨਹੀਂ। ਜੇ ਕਿਤੇ ਭਾਈ ਬਾਲਾ ਜੀ ਸੁਭਾਵਿਕ ਗੱਲ ਵੀ ਕਰਦੇ ਸੀ, ਮਰ ਉਸ ਪਾਸੇ ਬਹੁਤਾ ਧਿਆਨ ਨਹੀਂ ਸੀ ਕਰਦੇ। ਮਤਲਬ ਇੰਨਾ ਇਗਨੋਰ, ਇੰਨਾ ਅਣਡਿੱਠ ਆਪਾਂ ਨਹੀਂ ਕਰ ਸਕਦੇ। ਸਾਡੇ ਨਾਲ ਕਿਸੇ ਨੇ ਮਾੜਾ ਕੀਤਾ ਹੋਵੇ ਨਾ, ਅਸੀਂ ਲੱਖ ਮੂੰਹ ਸਵਾਰੀ ਜਾਈਏ ਵੀ ਮੈਂ ਮਾੜਾ ਨਹੀਂ ਕਹਿਣਾ, ਮੈਂ ਇਹਨੂੰ ਬੁਰਾ ਨਹੀਂ ਕਹਿਣਾ, ਪਰ ਮਾਫ ਕਰਿਓ ਅੰਦਰ ਦੀ ਪੀੜਾ ਅੰਦਰੋਂ ਵੱਧ ਅਸੀਸਾਂ ਦੇਣੋਂ ਨਹੀਂ ਹਟਦੀ। ਜਿੰਨਾ ਮਰਜੀ ਬੰਦਾ ਬਾਹਰੋਂ ਚੰਗਾ ਬਣੇ, ਮਿੱਠਾ ਬੋਲੀ ਜਾਏ, ਹਾਂਜੀ ਹਾਂਜੀ ਕਰੇ, ਅੰਦਰ ਤੇ ਕਹੇਗਾ ਤੇਰਾ ਰਹੇ ਨਾ ਕੁਛ। ਹਰ ਬੰਦੇ ਦਾ ਮਨ ਤਾਂ, ਪਰ ਮੇਰੇ ਸਤਿਗੁਰੂ ਐਡੇ ਬੇਪਰਵਾਹ, ਕਹਿੰਦੇ ਜੰਗਲਾਂ 'ਚ ਬੈਠੇ ਆ, ਭੁੱਖ ਪਿਆਸ 'ਚ ਬੈਠੇ ਆ। ਕੋਈ ਸਾਧੂ ਆ ਕੇ ਮਿਲ ਜਾਂਦਾ ਹੈ, ਜੀ ਆਇਆਂ ਨੂੰ। ਕੋਈ ਚੱਲਿਆ ਜਾਓ, ਕਿਸੇ ਨੂੰ ਕੋਲੇ ਬਹੁਤਾ ਬਿਠਾਉਂਦੇ ਨਹੀਂ, ਕਿਸੇ ਕੋਲ ਬਹੁਤਾ ਬਹਿੰਦੇ ਨਹੀਂ, ਕਦੇ ਚੱਲ ਕੇ ਘਰੇ ਵਾਪਸ ਨਹੀਂ ਆਉਂਦੇ। ਫੇਰ ਅੱਜ ਪਿੰਡ ਵਿੱਚ ਰੌਲਾ ਪੈ ਗਿਆ, ਕਹਿੰਦੇ ਅੱਗੇ ਤੇ ਮਸਾਣਾ 'ਚ ਰਹਿੰਦੇ ਸੀ, ਹੁਣ ਜੰਗਲਾਂ ਵਿੱਚ ਡੇਰਾ ਲਾਇਆ ਏ। ਭਗਤ ਜਗਤ ਮਿਹੀ ਸੰਗ ਪ੍ਰਗਟਾਵਨ, ਕੁਮਤ ਕੋ ਪੰਥ ਕੋ ਦੰਬ ਮਿਟਾਵਨ। ਭਾਈ ਬਾਲਾ ਬਖਿਆਨ ਕਰਦੇ ਨੇ, ਕਹਿੰਦੇ ਐ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਲੋਕਾਂ ਦੀ ਮਾੜੀ ਮੱਤ ਕੱਟਣ ਆਏ ਆ, ਦੁੱਖਾਂ ਨੂੰ ਕੱਟਣ ਵਾਸਤੇ ਆਏ ਹੋਏ ਸੰਸਾਰ ਉੱਤੇ। ਉਹ ਪਰਿਵਾਰ ਪਾਲਣ ਨਹੀਂ ਆਏ, ਉਹ ਤੇ ਗੁਰਮਤ ਦਾ ਛਿੱਟਾ ਦੇਣ ਆਏ ਹੋਏ। ਗੁਰੂ ਦੀ ਮੱਤ ਬਹੁਤ ਔਖੀ ਹੈ। ਸਾਡੇ ਵਰਗਾ ਲੱਲੇ ਛੱਲੀ ਬੰਦਾ ਗੁਰੂ ਦੀ ਮੱਤ ਧਾਰਨ ਨਹੀਂ ਕਰ ਸਕਦਾ, ਛਿੱਟਾ ਨਹੀਂ ਹੈ। ਐਡਾ ਵੱਡਾ ਉਪਦੇਸ਼ ਕਮਾਉਣ ਵਾਸਤੇ ਮਨ ਵੀ ਤੇ ਵੱਡਾ ਹੋਣਾ ਚਾਹੀਦਾ ਹੈ, ਮਨ ਵੀ ਤੇ ਵਿਸ਼ਾਲ ਹੋਣਾ ਚਾਹੀਦਾ ਨਾ। ਤੇ ਉਹ ਮਨ ਵਿਸ਼ਾਲ ਬਣੂਗਾ ਕਿਵੇਂ? ਗੁਰੂ ਦੀ ਸੰਗਤ ਕਰਕੇ। ਸਤ ਸੰਗਤ 'ਚ ਬਹਿਣਾ ਪੈਣਾ, ਨਾਮ ਜਪਣਾ ਪੈਣਾ, ਫੇਰ ਕਿਤੇ ਗੁਰੂ ਦੀ ਕਿਰਪਾ ਹੋਣੀ ਹੈ। ਗੁਰੂ ਦੀ ਕਿਰਪਾ ਕੋਈ ਲੱਡੂਆਂ ਦਾ ਭੰਡਾਰਾ ਥੋੜੀ ਹੈ ਵੀ ਰਾਹ ਜਾਂਦੇ ਤੇ ਹੋ ਗਈ, 2 ਦਿਨ ਬੰਦਾ ਆਇਆ ਜੀ ਕਿਰਪਾ ਹੋ ਗਈ, ਬਸ ਮੈਨੂੰ ਲੋੜ ਨਹੀਂ ਕਿਸੇ ਚੀਜ਼ ਦੀ। ਨਹੀਂ, ਬਾਬਾ ਬੁੱਢਾ ਜੀ ਦਾ ਸਾਰਾ ਜੀਵਨ ਲੱਗ ਗਿਆ, 6 ਪਾਤਸ਼ਾਹੀਆਂ ਦੀ ਸੰਗਤ ਕੀਤੀ, ਦਰਸ਼ਨ ਕੀਤੇ, ਸੇਵਾ ਕੀਤੀ, ਪਰ ਸਾਰੀ ਜ਼ਿੰਦਗੀ ਸਿੱਖ ਬਣ ਕੇ ਸਿੱਖੀ ਨਿਭਾਉਂਦੇ ਰਹੇ, ਸਾਰੀ ਜ਼ਿੰਦਗੀ ਸੇਵਾ ਕਰਦੇ ਰਹੇ। ਤੇ ਮੇਰੇ ਵਰਗਾ 2 ਦਿਨ ਕਰਕੇ ਕਹਿੰਦਾ ਮੈਨੂੰ ਤੇ ਲੋੜ ਹੀ ਕੋਈ, ਮੈਂ ਹੁਣ ਅੰਮ੍ਰਿਤ ਛਕ ਲਿਆ ਜੀ, ਮੈਂ ਬਣ ਗਿਆ ਸਿੱਖ, ਮੇਰੇ ਕੋਲ ਆ ਗਿਆ ਦੀਨ ਦੁਨੀਆ ਦਾ ਠੇਕਾ, ਮੈਨੂੰ ਕਿਹੜਾ ਕੋਈ ਜਮਦੂਤ ਹੱਥ ਲਾ ਸਕਦਾ? ਨਾ ਨਾ ਨਾ, ਇਹ ਭੁਲੇਖਾ ਨਾ ਪਾੜੀ। ਜੇ ਤੇਰੇ ਪੱਲੇ ਬੰਦਗੀ ਤੇ ਸੇਵਾ ਸਿਮਰਨ ਨਹੀਂ, ਤੇਰੇ ਕੋਲ ਨਿਮਰਤਾ ਨਹੀਂ, ਬਖਸ਼ਣਾ ਤੈਨੂੰ ਵੀ ਨਹੀਂ ਕਿਸੇ ਨੇ। ਆਖੋ ਸਤਿਨਾਮ। ਤੈਨੂੰ ਤੇ ਸੋਧਾ ਜ਼ਿਆਦੇ ਲੱਗਣਾ ਹੈ ਵੀ ਤੂੰ ਤੇ ਜਾਣਦਾ ਹੋਇਆ ਸਭ ਕੁਝ ਕਰਦਾ ਸੀ, ਗੁਰੂ ਬਾਣਾ ਹੋ ਕੇ ਸਭ ਕੁਝ ਕਰਦਾ ਸੀ। ਕਹਿੰਦੇ ਸਤਿਗੁਰੂ ਜੀ ਲੋਕਾਂ ਦੇ ਬੰਧਨਾਂ ਨੂੰ ਕੱਟਣ ਆਏ ਹੋਏ ਆ, ਪਰ ਗੁਰੂ ਸਾਹਿਬ ਦੀ ਮੱਤ ਨੂੰ ਅੱਜ ਸਮਝਣ ਵਾਲਾ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਵੀ ਨਹੀਂ ਹੈ। ਕੀਰਤ ਨਾਮ ਪ੍ਰਤਾਪ ਵਧਾਵਨ, ਸ਼ੁਭ ਮਾਰਗ ਮਾਨਵ ਕੋ
ਪਾਵਨ। ਸਤਿਗੁਰ ਜੀ ਤੇ ਲੋਕਾਂ ਨੂੰ ਸਿੱਧੇ ਰਾਹ ਪਾ ਰਹੇ ਨੇ। ਕਹਿੰਦੇ ਹੌਲੀ 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 ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਸੁਲਤਾਨਪੁਰ ਲੋਧੀ ਚ ਗੱਲਾਂ ਕਰਨੀਆਂ। ਸੁਭਾਵਿਕ ਗੱਲ ਹੈ, ਤੁਸੀਂ ਦੁਨੀਆ ਤੋਂ ਇੱਕਦਮ ਪਿੱਛੇ ਹੋ ਜਾਓ, ਦੂਰ ਹੋ ਜਾਓ ਤੇ ਲੋਕ ਭੁੱਲ ਜਾਂਦੇ ਆ, ਚੁੱਪ ਹੋ ਜਾਂਦੇ ਤੁਹਾਡੇ। ਹੁਣ ਸਤਿਗੁਰ ਚੁੱਪਚਾਪ ਬੈਠੇ ਆ, ਘਰ 'ਚ ਜੋ ਹੋਣਾ ਸੀ ਹੋ ਲਿਆ। ਥੋੜੇ ਦਿਨ ਚਰਚਾ ਦਾ ਵਿਸ਼ਾ ਬਣਿਆ, ਕਹਿੰਦੇ ਵੇਖੋ ਅਸੀਂ ਤੇ ਪਹਿਲੇ ਹੀ ਆਖਦੇ ਸੀ ਮੋਦੀ ਦਾ ਪਰਿਵਾਰ ਵਿਖਰੂਗਾ, ਇਹ ਲੋਕਾਂ 'ਚ ਵੱਡੇ ਵੱਡੇ ਦਾਨ ਪੁੰਨ ਕਰਦਾ ਹੈ, ਵੱਡੀ ਵੱਡੀ ਮਾਇਆ ਵੰਡਦਾ ਹੈ। ਗੱਲਾਂ ਹੋਣੀਆਂ ਬੰਦ ਹੋ ਗਈਆਂ, ਪਰ ਮੇਰੇ ਸਤਿਗੁਰੂ ਅੱਜ ਵੀ ਲੋਕਾਂ ਨੂੰ ਗੁਰਮਤਿ ਨਾਲ ਜੋੜ ਰਹੇ ਆ। ਫਿਲਹਾਲ ਵਿਰਲੇ ਵਿਰਲੇ ਆਉਂਦੇ ਆ ਜੀ, ਸਾਧੂਆਂ ਦੀਆਂ ਮੰਡਲੀਆਂ ਆਉਂਦੀਆਂ ਜਾਂਦੀਆਂ, ਮਰਦ ਦੇ ਭਗਵੇ ਵਸਤਰ ਵੇਖ ਕੂੜੇ ਰਹਿ ਜਾਂਦੇ ਆ। ਬੜੇ ਆਉਂਦੇ ਸਮਝਾਉਣ ਵਾਲੇ, ਪਰ ਜਦੋਂ ਗੁਰੂ ਸਾਹਿਬ ਉਹਨਾਂ ਨੂੰ ਦੋ ਅੰਮ੍ਰਿਤ ਬਚਨ ਕਹਿੰਦੇ ਆ ਨਾ, ਆਪਾਂ ਸੌਂਪ ਜਾਂਦੇ ਨੇ। ਇਹ ਬਿਦ ਕੀ ਇੱਛਾ ਉਰ ਧਾਰੀ, ਜਪੈ ਨਾਮ ਜਿਹ ਸੰਤ ਮੁਰਾਰੀ। ਹੁਣ ਸਤਿਗੁਰਾਂ ਦੀ ਇੱਕੋ ਇੱਕ ਇੱਛਾ ਸੀ, ਉਹ ਇੱਛਾ ਸੀ ਨਾਮ ਜਪਣਾ। ਗੁਰੂ ਨਾਨਕ ਸਾਹਿਬ ਦੀ ਇੱਛਾ, ਰੱਬ ਵੀ ਨਾਮ ਜਪਦਾ ਹੈ, ਬਿਲਕੁਲ ਜਪਦਾ ਹੈ। ਪਰਮਾਤਮਾ ਆ ਜਿਹੜੀ ਕੁਦਰਤ ਚੱਲਦੀ ਆ ਨਾ, ਉਹਦੇ ਨਾਮ ਦੇ ਸਹਾਰੇ ਚੱਲਦੀ ਹੈ। ਚੰਦ, ਸੂਰਜ, ਬ੍ਰਹਿਮੰਡ, ਯੂਨੀਵਰਸ ਹਰ ਵੇਲੇ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ। ਜਿੰਨੇ ਜੀਵ ਜੰਤੂ ਨੇ ਹਰ ਵੇਲੇ ਉਹਦੀ ਰਜ਼ਾ 'ਚ ਚੱਲਦੇ, ਉਹਦੇ ਹੁਕਮ 'ਚ ਚੱਲਦੇ ਆ, ਉਹਦੇ ਨਿਯਮ 'ਚ ਚੱਲਦੇ ਆ, ਪਰ ਹੈ ਸਭ ਕੁਝ ਨਾਮ ਦੇ ਵਸ ਹੈ। ਨਿਤ ਪੜ੍ਹਦੇ ਹੋ ਆਪ ਜੀ ਸੁਖਮਨੀ ਸਾਹਿਬ ਦੇ ਵਿੱਚ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਇਹ ਖੰਡ ਬ੍ਰਹਿਮੰਡ ਉਹਦੇ ਨਾਮ ਦੇ ਵਿੱਚ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਉਸ ਨਾਮ ਨੂੰ ਜਪ ਰਹੇ ਆ। ਸਤ ਕਰਤਾਰ ਹਰ ਵੇਲੇ ਰਸਨਾ ਤੋਂ ਗਾਉਂਦੇ ਨੇ। ਮਾਨਨ ਮਨ ਕੋ ਹਾਨਨ ਮਾਨਾ, ਦੀਨਨ ਕੋ ਤਾਰਨ ਭਗਵਾਨਾ। ਦੀਨ ਦੁਨੀਆ ਨੂੰ ਤਾਰਨ ਵਾਲੇ, ਜਿਨ੍ਹਾਂ ਨੂੰ ਕਿਸੇ ਮਾਣ ਕਿਸੇ ਹਾਨੀ ਦੀ ਕੋਈ ਪਰਵਾਹ ਨਹੀਂ, ਵੀ ਲੋਕ ਸਾਡਾ ਕੀ ਸਤਿਕਾਰ ਕਰਦੇ ਆ, ਲੋਕ ਸਾਨੂੰ ਕੀ ਮਾੜਾ ਕਹਿੰਦੇ ਆ। ਮਰਦ ਨੇ ਗੱਲਾਂ ਖਤਮ ਕਰਕੇ ਵਿਖਾ ਦਿੱਤੀਆਂ। ਤੇ ਗੁਰੂ ਸਾਹਿਬ ਦੀ ਮਹਿਮਾ ਜਾਣਨ ਵਾਲੇ ਸਾਧੂ ਬੜੀ ਦੂਰੋਂ ਦੂਰੋਂ ਆਉਂਦੇ ਸੀ, ਜਿਨ੍ਹਾਂ ਨੂੰ ਪਤਾ ਲੱਗਦਾ ਸੀ ਨਾ ਵੀ ਇਹ ਰੱਬੀ ਰੂਹ ਨੇ, ਉਹ ਤੇ ਬਹੁਤ ਦੂਰੋਂ ਆਉਂਦੇ ਆ। ਤੇ ਜਿਨ੍ਹਾਂ ਨੂੰ ਸਮਝ ਨਹੀਂ ਸੀ, ਉਹ ਸੁਲਤਾਨਪੁਰ ਲੋਧੀ ਵਿੱਚ ਰਹਿ ਕੇ ਵੀ ਨਿੰਦਿਆ ਕਰੀ ਜਾਂਦੇ ਸੀ। ਜਿਨ੍ਹਾਂ ਨੂੰ ਸਮਝ ਸੀ, ਦੂਰੋਂ ਆਉਣ ਲੱਗ ਪਏ। ਜੰਗਲਾਂ ਦੇ ਵਿੱਚ ਨੇਤਾ ਪ੍ਰਤ ਸਤਿਗੁਰ ਜੀ ਗਿਆਨ ਗੋਸ਼ਟਾਂ ਕਰਦੇ, ਗਿਆਨ ਦੀ ਚਰਚਾ ਕਰਦੇ ਨੇ, ਰੱਬ ਦਾ ਨਾਮ ਜਪਦੇ ਨੇ। ਦੋਹਰਾ ਜਿਸ ਕੀ ਕਰਨਾ ਤੇ ਮੁਚੈ, ਕਲ ਕੇ ਪਲਖ ਕਲੇਸ਼, ਕਛਕ ਕਾਲ ਬਤੀਤ ਪਇਓ, ਤਰੇ ਦੇਹ ਅਸਬੇਸ। ਜਿਨ੍ਹਾਂ ਦੀ ਕਿਰਪਾ ਦੇ ਨਾਲ ਕਹਿੰਦੇ ਘਰਾਂ ਚੋਂ ਕਲੇਸ਼ ਮੁੱਕ ਜਾਂਦੇ ਨੇ। ਜਿਸ ਗੁਰੂ ਨਾਨਕ ਸਾਹਿਬ ਦੀ ਨਜ਼ਰ ਨਾਲ, ਜਿਨ੍ਹਾਂ ਦਾ ਨਾਮ ਚੇਤੇ ਕਰਿਆ ਤੋਂ ਦੁੱਖ ਦਲਿੱਦਰ ਮੁੱਕ ਜਾਂਦਾ ਹੈ। ਕਹਿੰਦੇ ਉਹਨਾਂ ਨੇ ਇੱਕ ਲਿਬਾਸ ਧਾਰਨ ਕੀਤਾ ਸੀ ਸਾਦਾ ਵਰਗਾ, ਤੇ ਲੋਕ ਪਤਾ ਕੀ ਕਹਿੰਦੇ ਸੀ? ਕਹਿੰਦੇ ਨਾਨਕ ਜੀ ਦੇ ਘਰੇ ਕਲੇਸ਼ ਆਖੋ ਸਤਿਨਾਮ। ਵੇਖੋ ਕਿੱਡੀ ਵੱਡੀ ਗੱਲ ਹੈ। ਜਿਸ ਗੁਰੂ ਨਾਨਕ ਦਾ ਨਾਮ ਜਪਿਆ ਤੋਂ ਦੁੱਖ ਕੱਟੇ ਜਾਂਦੇ ਨੇ, ਨੇੜੇ ਵੀ ਨਹੀਂ ਆਉਂਦੇ, ਜਮ ਵੀ ਨੇੜੇ ਨਹੀਂ ਨਾ ਆਉਂਦੇ। ਤੇ ਸਮਾਜ ਉਦੋਂ ਤਾਨੇ ਮਾਰ ਕੇ ਕਹਿੰਦਾ ਸੀ, ਕਹਿੰਦੇ ਵੇਖ ਲਓ ਇਹਦਾ ਵਿਆਹ ਹੋਇਆ ਸੀ, ਪਰਿਵਾਰ ਇਹਦਾ ਨਹੀਂ ਦੱਸਿਆ, ਇਹ ਆਪਣੇ ਬੱਚਿਆਂ ਤੋਂ ਨਿਰਮੋਹਾ ਹੋ ਗਿਆ। ਕਹਿੰਦੇ ਐਸੇ ਸਤਿਗੁਰਾਂ ਨੇ ਸੁਣ ਕੇ ਕਦੇ ਗੱਲ ਦਿਲ ਤੇ ਨਾ ਲਾਈ, ਦੁਨੀਆ ਨੂੰ ਵਿਖਾਇਆ ਸੀ ਭਾਈ ਇਸ ਕਲਯੁਗ ਦੇ ਵਿੱਚ ਨਿਰਲੇਪ ਰਹਿਣਾ, ਮੋਹ ਮਾਇਆ ਵਿੱਚ ਫਸਣਾ ਨਹੀਂ, ਕਦੇ ਖੱਜਲ ਹੋਣਾ ਨਹੀਂ। ਚੌਪਈ ਸ਼ਬੈ ਬਿਲੋਕੀ ਬਿਦ ਨਰ ਕਾਹੀ, ਭਨੀ ਖਬਰ ਤਲਵੰਡੀ ਤਾਹੀ। ਇਹ ਖਬਰ ਤੇ ਸੁਲਤਾਨਪੁਰ ਲੋਧੀ ਵਿੱਚ ਆਮ ਸੀ ਵੀ ਗੁਰੂ ਸਾਹਿਬ ਜੰਗਲਾਂ 'ਚ ਬਹਿ ਗਏ, ਹੱਸਦਾ ਵਸਦਾ ਪਰਿਵਾਰ, ਲੋਕਾਂ ਦੀ ਸਿੱਧੀ ਬੋਲੀ ਸੀ ਤੇਰੇ ਉਜੜ ਗਿਆ। ਜਦੋਂ ਪਤਨੀ ਨਾ ਘਰੇ ਰਹੀ, ਬੱਚੇ ਨਾ ਘਰ ਰਹੇ, ਘਰ ਨੂੰ ਲੱਗ ਗਿਆ ਤਾਲਾ, ਉਹ ਵਸਦਾ ਥੋੜੀ ਹੈ, ਉਜੜ ਗਿਆ। ਇਹ ਖਬਰਾਂ ਕਹਿੰਦੇ ਦੂਰ ਦੂਰ ਤੱਕ ਜਾਣ ਲੱਗ ਪਈਆਂ। ਉਹਨਾਂ ਸਮਿਆਂ 'ਚ ਅੱਜ ਵਰਗਾ ਯੁੱਗ ਨਹੀਂ ਸੀ ਵੀ ਇੱਥੇ ਕੁਝ ਹੋਇਆ ਲੱਖਾਂ ਮਾਈਲ ਦੂਰ ਪਲਾਂ 'ਚ ਪਤਾ ਲੱਗ ਜਾਂਦਾ ਫਲਾਣੇ ਦੇਸ਼ ਕੰਟਰੀ ਸ਼ਹਿਰ 'ਚ ਕੀ ਹੋ ਗਿਆ। ਅੱਗੇ ਨਾ ਖਬਰਾਂ ਉੜਦੀਆਂ 15 ਦਿਨਾਂ ਬਾਅਦ, ਮਹੀਨੇ ਬਾਅਦ ਜਾਂਦੀਆਂ ਸੀ। ਸੁਲਤਾਨਪੁਰ ਲੋਧੀ ਤੋਂ ਕਿਸੇ ਸ਼ਖਸ ਨੇ ਖਬਰ ਸਤਿਗੁਰਾਂ ਦੇ ਜੱਦੀ ਪਿੰਡ ਪਹੁੰਚਾ ਦਿੱਤੀ, ਰਾਜਪੁਰ ਦੀ ਤਰਫ। ਪਰ ਅਜੇ ਜਿਹੜੀ ਗੱਲ ਉੱਥੇ ਗਈ ਹੈ ਨਾ, ਉਹ ਪ੍ਰੋਪਰ ਨਹੀਂ ਹੈ।
क्योंकि अगे तो अगे सुनी, अगे तो अगे सुनी, उस गल का कोई सोर्स नहीं होता। सुनिया सुनाइया होंदियां ते अगे लोग इदां दीयां गल्लां करदे सी, अगे लोकां कोल चुगलियां नहीं सी होंदियां, निंदिया नहीं सी होंदी, सुभाविक गल्लां होंदियां सी। दो बजुर्ग खड़े हो गए, 2-2 घंटे गल्लां करी जांदे, खबर सारा होंदियां सी। ते हुण हर एक दी जेब च सारी दुनिया है, मोबाइल सब कुछ है। घर परिवार विच एक कमरे च 4 जने बैठे भी अपनी अपनी जुआ मारी जाते उंगलां नाल, कोई किसी नूं बुला के राजी नहीं, नेड़े हो के भी दूर हो गए ते दूर वाले करीब आ गए। उन्हां समयां दे विच सिर्फ खबरां दा सोर्स सी सुनिया सुनाया। कहते किसी ने जाके राय भोई दी तलवंडी गल कहती, कहते तुहाडे नगर दे जिहड़े नानक जी ने ना बड़ा नाम खट्टिया सी, कहते बस हुण ते चुपचाप ही है। खबर घूमदी घरे आ गई, क्योंकि ना तो जयराम जी ने कोई चिट्ठी भेजी, गल हुण एडा वड्डा पहाड़ दुखों का टुटिया की कहणगे जी, वो आप दुखी है। जयराम जी भैन नानकी वो की कहणगे अपने मापिਆਂ ਨੂੰ, मेरे वीर का घर इदां हसदा वसदा खिलर गया है, उन्होंने चुप वड्डी रखी। पर कहते ना चाहुंदे आ भी ये खबर जदों नगर तलवंडी पहुंची है, ਸੁਣ ਪਰਵਾਰ ਪਰਿਉਖਾਂ ਭਾਰੂ, ਜਨ ਬਨ ਬਨ ਜੈ ਹਨਿਉ ਨਿਹਾਰੂ। जिस वेले कहते खबर चलती चलती सतगुरां दे घर आई, पिता कल्याण चंद जी ने सुनी, माता त्रिपता ने सुनी। कहते मन लो किसी ने सीने च खंजर मारिया होवे, देखा मन च खुबार पैदा हो गई, घबराहट हो गई, घबरा गए। दसन वाले ने इन्ना दसिया भी तुहाडे पुत दा कारोबार ठप नहीं होया, बर्बाद हो गया। आखो सतनाम, खत्म हो गया मोदी खाना। जदों कहते पिता ने सुनिया ना, एकदम घबरा गए। एडी वड्डी गल किसी होर ने नहीं दसी, क्योंकि अजे दुबदा ये भी गल सच भी है जां इवें निंदिया ही है। अगे कई बार लोग बना के भी गल्लां कर दिंदे हुंदे सी, चढ़ाई कोई होर करदा सी ते गल्लां गल्लां च गड्डी किसी होर नूं चाड़ के होर पा दिंदे सी। ते कई बार उस बंदे ने सामने आउणा, कहंदे फलाणिया तू ते गुजर गया सी, कहंदा भरा मैं काहनूं गुजरिया, फलाणा बंदा फलाणे पिंड ते गुजरिया हुंदा सी अगे लोकां नाल, क्योंकि खबरां दे सोर्स नहीं सी। किसी एक बंदे ने जाना 2-3 महीने बाद जाके पहुंचना, खबर दसनी, इन्ने नूं पिछे कोई होर घटना वापर जांदी सी, पुरानी हो जांदी सी गल। पिता कल्याण चंद कहते बड़ी दुविधा दे विच ने, बड़े परेशान ने, अपनी धर्म पत्नी त्रिपता नाल गल करते, कहते आ की सुनिया आपने, सच नहीं हो सकता, नहीं हो सकता सच। माता त्रिपता जी चुप हो गई, कुछ नहीं बोल रहे। सतगुरां दे पिता जी कल्प चुके ने, गुस्से विच घबराए होए ने। कहते मैं पहला ही कहदा सी इहने संभालना कुछ नहीं, एक दिन उजड़ूगा जरूर। आखो सतनाम, मैं ते रोज कहंदा सी ये किसे काम दा नहीं, ये कमा नहीं सकदा, संभाल नहीं सकदा। अज तो सिर्फ इन्ना की पता ही, पता नहीं भी जंगलों च बैठे हैं, ये भी नहीं पता भी घर परिवार चो सच्चे पातशाह की धर्म पत्नी घर छड्ड के चली गई, घर छड्ड के चले गए माता सुलखणी जी, ताले लगे नहीं लगे। सिर्फ भैन नानकी ते जयराम बैठे है, वो भी बैठे काम। 10 दिन आगे जाके भाई वाला जी ने कहते उन्हों का होना भी अज इदा लगता जिमें कोई रहिंदा ही नहीं होंदा घरे। हालात इदा के बन गए, हसदा खेडदा परिवार एकदम चुपचाप हो गया, बिछड़ गया, खेरू खेरू हो गया। सतगुरां दे पिता जी सुन के बड़े हैरान, जिहड़े बंदे ने गल सुनाई उन्होंने पूछा, कहता जी उस पिंडों कोई आया सी, मैनूं उहने दस्सिया। पिता के मन च आया भी मैं पता करना, तन मन नूं अग लग गई है, घबराए होए ने। आखिरकार पुत की विपता है, पुत ते पई हुई भीड़ है, मापियां तो जरी जाती नहीं। कालो बोल लियो मर्दाना, अलक शौक सो बचन बखाना। थोड़ा थोड़ा इन्ना पता लगन लग्या भी उन्हां दे घर दे विच पैसे करके माया करके लड़ाई रहती सी। पिता जी को इत्थों तक पता लगी। आखिरकार कहते करिए की, फिर सोचिया भी आपां खबर आप मंगाउणे आ। खबर कौन लेके आउणगे? माता त्रिपता कहन लगी अपने पति नूं, कहते मर्दाना जी नूं बुलाओ। सतगुरां दे मित्र ने अगे भी खबर सारा उही लेके आउंदे ने, कहते लोकां दीयां सुणीआं गल्लां ते बहुता एतबार नहीं करीदा, जद तक अपने नाल बीते ना, अपने नाल होवे ना, उदों तक सच नहीं मनीदा। तुसीं इदां करो, इन्नी चिंता ना करो, भाई मर्दाने नूं बुलाओ, ਉਹਨੂੰ ਭੇਜੋ।
ਉਹ ਆਪ ਘਰੇ ਜਾ ਕੇ ਪਤਾ ਕਰਕੇ ਆਵੇ, ਗੁਰੂ ਸਾਹਿਬ ਨੂੰ ਮਿਲ ਕੇ ਆਵੇ, ਫੇਰ ਹੀ ਪਤਾ ਲੱਗਣਾ। ਪੁਸ਼ਟੀ ਤੇ ਫੇਰ ਹੋਣੀ ਹੈ ਨਾ ਵੀ ਸੱਚ ਹੈ ਜਾਂ ਐਵੇਂ ਬਾਤ ਦਾ ਪਤੰਗੜ ਬਣਿਆ ਹੋਇਆ। ਗੱਲਾਂ ਬਣ ਵੀ ਜਾਂਦੀਆਂ ਬਣਾਉਣ ਨੂੰ ਕੀ ਆ, ਤੁਹਾਡਾ ਮੂੰਹ ਆ, ਜੋ ਮਰਜ਼ੀ ਕਹਿ ਦਿਓ। WhatsApp ਤੁਹਾਡੇ ਕੋਲ, ਇੰਟਰਨੈਟ ਤੁਹਾਡੇ ਕੋਲ ਆ, ਜਿਹਦੇ ਮਰਜ਼ੀ ਬਾਰੇ ਜੋ ਮਰਜ਼ੀ ਪਾ ਦਿਓ। ਤਕਰੀਬਨ ਦੁਨੀਆ ਤੇ 95% ਨੈਗੇਟਿਵਿਟੀ ਹੈ। ਚਾਹੇ ਕੋਈ ਧਰਮੀ ਬੰਦਾ ਹੈ, ਚਾਹੇ ਕੋਈ ਸਮਾਜਿਕ ਹੈ, ਚਾਹੇ ਰਾਜਨੀਤਿਕ ਹੈ, ਭਲਾ ਭੁਲਾ ਕਰਨ ਵਾਲਾ ਤੁਹਾਨੂੰ ਕੋਈ ਨਹੀਂ ਲੱਭਣਾ। ਖੋ ਸਤਿਨਾਮ। ਸਿਰਫ 5% ਲੋਕ ਮਿਲਣਗੇ ਲੱਭਿਆਂ ਤੋਂ ਜਿਹੜੇ ਸੱਚਮੁੱਚ ਕਿਸੇ ਦਾ ਭਲਾ ਮੰਗਦੇ ਆ। ਜ਼ੁਬਾਨੀ ਕਲਾਮੀ ਤੇ ਤਕੀਆ ਕਲਾਮ ਹੈ, ਸਾਰੀ ਜਿਹੜੀ ਸਾਰੀ ਦੁਨੀਆ ਦੀ ਹੈ। ਉਸ ਵੇਲੇ ਬੜਿਆਂ ਨੇ ਬੜੀਆਂ ਗੱਲਾਂ ਉਡਾਈਆਂ ਕਈਆਂ। ਇੱਕ ਤੇ ਗੱਲ ਸੱਚ ਸੀ, ਇਹ ਜੋ ਹੋਇਆ ਨਾ ਉਹ ਤੇ ਸੱਚ ਹੈ, ਤੁਸੀਂ ਵੀ ਸੁਣ ਲਿਆ। ਤੇ ਫਿਰ ਕਹਿਣ ਵਾਲਿਆਂ ਨੇ ਥੋੜਾ ਜਿਹਾ ਮਸਾਲਾ ਵੀ ਲਾਇਆ, ਗੱਲ ਵਧਾ ਘਟਾ ਕੇ ਪੇਸ਼ ਕੀਤੀ ਹੈ ਤਾਂ ਜੋ ਸਤਿਗੁਰਾਂ ਦੇ ਪਿਤਾ ਜੀ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟੇ। ਦੁਨੀਆ ਨੂੰ ਹਮੇਸ਼ਾ ਹੀ ਰਹਿੰਦਾ ਹੈ ਆਪਣਾ ਜਨਮ ਕਾਹਦੇ ਵਾਸਤੇ ਹੋਇਆ? ਦੁਨੀਆ ਨੂੰ ਸਤਾਉਣ ਵਾਸਤੇ। ਇਸ ਤੋਂ ਵੱਧ ਕੇ ਕਿਸੇ ਦਾ ਜਨਮ ਹੈ? ਕੋਈ ਗਰਲਾ ਹੋਣਾ ਜਿਹੜਾ ਬੰਦਗੀ ਕਰਨਾ ਹੈ, ਨਾਮ ਜਪਣਾ ਹੈ। ਆਪਾਂ ਆਪਣੇ ਵੱਲ ਵੇਖੀਏ, ਮੈਂ ਆਪਣੇ ਵੱਲ ਵੇਖਾਂ, ਮੈਂ ਸੋਚਾਂ ਬੈਠ ਕੇ ਵੀ ਮੇਰਾ ਜੀਵਨ ਕਾਹਦੇ ਵਾਸਤੇ, ਮੈਂ ਕੀਤਾ ਕੀ ਹੁੰਦਾ। ਅੱਖ ਨਹੀਂ ਆਪਣੀ ਔਕੜਾਂ ਤੋਂ ਸਿਵਾ ਕੁਛ ਵੀ ਨਹੀਂ ਆਪਣੇ ਪਿਆਰਿਓ। ਜੇ ਕਿਤੇ ਇਹ ਜਨਮ ਭਲਾ ਹੋ ਜੇ, ਸਤ ਸੰਗ ਦੇ ਵਿੱਚ ਸੱਚੀ ਜੁੜ ਜੇ, ਅੰਦਰੋਂ ਭਿੱਜ ਜੇ, ਤੇ ਕਿੱਡੀ ਬੜੀ ਕਿਰਪਾ ਹੋ ਜੇ, ਕਿੰਨੀ ਗੁਰੂ ਸਾਹਿਬ ਦੀ ਦਇਆ ਹੋ ਜੇ, ਬੇਪਰਵਾਹੀ ਜੀਵਨ ਚੱਲੇ। ਹੁਣ ਉਸ ਵੇਲੇ ਭਾਈ ਮਰਦਾਨਾ ਜੀ ਨੂੰ ਸੱਦਾ ਦਿੱਤਾ, ਭੱਜੇ ਘਰੇ ਆਏ, ਕਿਉਂਕਿ ਐਮਰਜੈਂਸੀ ਖਬਰ ਸੀ, ਅਚਨਚੇਤ ਸੀ। ਪਰ ਸਤਿਗੁਰਾਂ ਦੇ ਪਿਤਾ ਜੀ ਘਬਰਾਏ ਹੋਏ, ਡਰੇ ਹੋਏ ਆ, ਕਿਉਂਕਿ ਸੁਣਨ ਵਿੱਚ ਆਇਆ ਹੈ ਵੀ ਘਰੇ ਰੋਜ਼ ਲੜਾਈ ਰਹਿੰਦੀ ਸੀ। ਬੜੀ ਦੇਰ ਤੋਂ ਸਤਿਗੁਰਾਂ ਦੇ ਪਿਤਾ ਜੀ ਨਹੀਂ ਹੈ, ਤਕਰੀਬਨ ਸਾਲ ਡੇਢ ਸਾਲ ਹੋ ਗਿਆ, ਗੇੜਾ ਨਹੀਂ ਲੱਗਿਆ। ਮੂਲ ਚੰਦ ਜੀ ਗੇੜੇ ਤੇ ਗੇੜਾ ਰੱਖਦੇ ਸੀ, ਨਹੀਂ ਹੈ, ਨਾ ਪਤਾ ਸੀ। ਲੱਗਦਾ ਸੀ ਚਲੋ ਕੰਮਕਾਰ ਬੜਾ ਸੋਹਣਾ ਚੱਲਦਾ ਹੈ। ਮਾਪਿਆਂ ਨੂੰ ਤੇ ਹੀ ਹੁੰਦਾ ਨਾ ਧੀਆਂ ਪੁੱਤਾਂ ਬਾਰੇ, ਜਿੱਥੇ ਮਰਜ਼ੀ ਰਹਿਣ, ਹੱਸਦੇ ਵਸਦੇ ਖੁਸ਼ ਰਹਿਣ, ਬਸ ਦੁਖੀ ਨਾ ਹੋਣ ਕਰਕੇ। ਭਾਈ ਮਰਦਾਨੇ ਨੂੰ ਕੋਲ ਬੁਲਾਇਆ, ਕੋਲ ਬਿਠਾ ਕੇ ਪੁੱਛਦੇ ਆ, ਮਰਦਾਨਿਆਂ ਜਾਂ ਪਿੰਡ ਜਾ ਕੇ ਗੁਰੂ ਸਾਹਿਬ ਬਾਰੇ ਪਤਾ ਕਰਕੇ ਆ ਵੀ ਜੋ ਲੋਕ ਗੱਲਾਂ ਕਰਦੇ ਆ, ਜੋ ਕੁਝ ਅਸੀਂ ਸੁਣਿਆ, ਕਿ ਇਹ ਸੱਚ ਵੀ ਹੈ। ਜਾਹੋ ਅਬੇ ਤੂੰ ਪੁਰ ਸੁਲਤਾਨਾ, ਬਿਨ ਬਿਲੰਬ ਨਿਜ ਕਰੋ ਪਿਆਨਾ। ਮਰਦਾਨਿਆਂ ਹੁਣੇ ਜਾ ਸੁਲਤਾਨਪੁਰ ਲੋਧੀ, ਸਵੇਰ ਦੀ ਗੱਲ ਕਰ ਆਈ, ਅੱਜ ਜਾ ਕੇ ਕੱਲ ਨੂੰ ਵਾਪਸ ਮੁੜ ਕੇ ਆ ਕੇ ਦੱਸ ਵੀ ਸੁਲਤਾਨਪੁਰ ਲੋਧੀ ਵਿੱਚ ਹੋਇਆ ਕੀ ਹੈ। ਲੋਕ ਤੇ ਬਹੁਤ ਕੁਝ ਕਹਿ ਰਹੇ ਆ, ਦੁਨੀਆ ਤੇ ਬੜਾ ਕੁਝ ਬੋਲਦੀ ਹੈ। ਇਹ ਤੇ ਦੁਨੀਆ ਦੀ ਬੋਲੀ ਹੈ, ਕਦੇ ਪਰਵਾਹ ਨਹੀਂ ਕਰੀਦੀ ਹੁੰਦੀ। ਜਿਹਨੇ ਜੋ ਕਹਿਣਾ ਕਹਿ ਲਓ, ਕਈ ਚੱਲੋ, ਕੀ ਫਰਕ ਹੈ। ਇੱਥੇ ਕਦੇ ਆਸ ਨਾ ਰੱਖਿਓ ਦੁਨੀਆ ਵਿੱਚ ਕੋਈ ਤੁਹਾਡੀ ਹਰ ਵੇਲੇ ਸਿਫਤ ਕਰੇ, ਤੁਹਾਨੂੰ ਹਰ ਵੇਲੇ ਚੰਗਾ ਕਹੇ। ਇੱਥੇ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਹੁੰਦਾ, ਪਿੱਠ ਪਿੱਛੂ ਸਭ ਪਰਚੇ ਚਲਾਉਂਦੇ ਆ, ਸਭ ਚਲਾਉਂਦੇ ਆ। ਕੋਈ ਦੁਨੀਆ ਤੇ ਐਸਾ ਇਨਸਾਨ ਨਹੀਂ ਹੈ ਜੋ ਕਿਸੇ ਦੀ ਸਿਫਤ ਤੇ ਮਹਿਮਾ ਕਰਦਾ ਹੋਵੇ। ਸਿਫਤ ਕੇਵਲ ਇੱਕ ਰੱਬ ਦੀ ਹੈ, ਸਿਫਤ ਕੇਵਲ ਇੱਕ ਨਿਰੰਕਾਰ ਦੀ ਹੈ। ਗੁਰੂ ਨਾਨਕ ਸਾਹਿਬ ਦੀ ਨਿੰਦਿਆ ਦੁਨੀਆ ਨੇ ਇੰਨੀ ਕੀਤੀ ਵੀ ਅੱਜ ਪਿਤਾ ਨੂੰ ਵੀ ਸੁਣ ਕੇ ਗੁੱਸਾ ਆ ਰਿਹਾ ਹੈ। ਕਹਿੰਦੇ ਮੈਂ ਬੜਾ ਸਮਝਾਉਂਦਾ ਸੀ ਵੀ ਪੈਸੇ ਸੰਭਾਲ, ਪੁੱਤ ਕਬੀਲਦਾਰੀ ਸਾਂਭ ਲੈ, ਮੇਰੀ ਨਹੀਂ ਸੀ ਮੰਨਦਾ। ਵੇਖਿਆ ਅੱਜ ਕੀ ਹੋ ਗਿਆ। ਅਜੇ ਤੇ ਇਹ ਨਹੀਂ ਪਤਾ ਵੇਈ ਨਦੀ ਵਾਲੀ ਗੱਲਬਾਤ ਨਹੀਂ ਪਤਾ, ਇਹ ਵੀ ਨਹੀਂ ਪਤਾ ਵੀ ਸ਼ਮਸ਼ਾਨਾਂ 'ਚ ਬੈਠੇ ਰਹੇ, ਇਹ ਨਹੀਂ ਪਤਾ ਨਵਾਬ ਦੇ ਨਾਲ ਵੀ ਵਾਧਾ ਘਾਟਾ ਹੋ ਗਿਆ ਸੀ, ਜਾਂ ਮਸਜਿਦ ਦੇ ਵਿੱਚ ਜਾ ਕੇ ਕੋਈ ਨਮਾਜ਼ ਦੀ ਗੱਲਬਾਤ ਹੋਈ ਹੈ, ਕੁਛ ਵੀ ਨਹੀਂ ਪਤਾ। ਸਿਰਫ ਇੰਨਾ ਕੁ ਸੁਣਿਆ ਹੈ ਵੀ ਉਹਨਾਂ ਦੇ ਘਰ 'ਚ ਲੜਾਈ ਝਗੜਾ ਚੱਲ ਰਿਹਾ। ਗੁਰੂ ਸਾਹਿਬ ਨੇ ਮੋਦੀ ਖਾਨਾ ਛੱਡ ਦਿੱਤਾ, ਅੱਜ ਕੱਲ੍ਹ ਘਰ ਨਹੀਂ ਰਹਿੰਦੇ, ਕੁਛ ਮਾਹੌਲ ਠੀਕ ਨਹੀਂ। ਆਹੂ ਢਿੱਗ ਤੇ ਸੁਣੀ ਕੋ ਚਾਲੇ, ਨਾਨਕ ਕੀਨੇ ਭੀਖ ਕੋ ਢਾਲੇ। ਤੇ ਫਿਰ ਪਿਤਾ ਜੀ ਕਹਿੰਦੇ ਆ ਭਾਈ ਮਰਦਾਨੇ ਨੂੰ, ਕਹਿੰਦੇ ਮੈਂ ਸੁਣਿਆ ਮੇਰੇ ਪੁੱਤ ਨੇ ਖੋਟੀ ਚਾਲ, ਕੁਚਾਲੀ ਨਾਮ ਹੁੰਦਾ ਹੈ ਵੀ ਮਾੜਾ ਚਾਲ ਚੱਲਣਾ। ਦੁਨੀਆ ਦੇ ਹਿਸਾਬ ਨਾਲ ਮਾੜਾ ਚਾਲ ਚੱਲਣ ਕੀ ਹੈ ਜੀ? ਸਾਧ ਬਣ ਜਾਣਾ, ਵਿਹਲਾ ਰਹਿਣਾ। ਲੋਕ ਕਹਿੰਦੇ ਵੇਖਿਆ ਘਰਦਿਆਂ ਕੰਮਾਂ ਕਾਰਾਂ ਤੋਂ ਭੱਜਿਆ ਫਿਰਦਾ ਸਾਧ ਬਣ ਗਿਆ। ਅੱਗੇ ਲੋਕ ਇੱਦਾਂ ਕਹਿੰਦੇ ਸੀ, ਖੋਟੀ ਚਾਲ ਕਹਿੰਦੇ ਸੀ ਸਾਧ ਹੋਏ, ਕਿਉਂਕਿ ਸਾਧੂ ਵਿਰਲੇ ਹੁੰਦੇ ਆ ਜੀ, ਬਾਕੀ ਤੇ ਚਲੋ ਦੁਨੀਆਦਾਰੀ ਹੈ, ਚੱਲਦਾ ਹੈ। ਪਿਤਾ ਕਹਿੰਦਾ ਮੈਂ ਸੁਣਿਆ ਖੋਟੀ ਢਾਲ 'ਚ ਲੱਗ ਗਿਆ ਹੈ, ਉਹ ਕੁਚਾਲੀ ਮਾੜੇ ਕੰਮ ਕਰਦਾ ਹੈ। ਮਾੜਾ ਕੰਮ ਕੀ ਹੈ? ਘਰ ਬਾਰ ਛੱਡਣਾ ਲੋਕੀ ਕਹਿੰਦੇ ਮਾੜਾ ਹੈ, ਭਗਤੀ ਕਰਨੀ ਲੋਕ ਕਹਿੰਦੇ ਮਾੜਾ ਕੰਮ ਹੈ।
ਵੀ ਇਹ ਵਿਹਲਾ ਹੀ ਬੈਠਾ ਰੱਬ ਰੱਬ ਕਰੀ ਜਾਂਦਾ, ਬੱਚੇ ਨਹੀਂ ਪਾਲਦਾ, ਬੱਚਿਆਂ ਦਾ ਫਿਕਰ ਨਹੀਂ ਕਰਦਾ। ਦੁਨੀਆ ਕਹਿੰਦੀ ਸੀ ਨਾ, ਇਹ ਸਮਾਜ ਤੇ ਅੱਜ ਵੀ ਕਹਿੰਦਾ। ਕੋਈ ਬੰਦਾ ਹਰ ਵੇਲੇ ਪਾਠ ਕਰੇ, ਲੋਕ ਉਹਨੂੰ ਕਹਿੰਦੇ ਲੈ ਵਿਹਲੜ ਇਕੱਠੇ ਹੋਏ ਆ, ਇਹਨਾਂ ਕੋਲ ਹੋਰ ਕੁਝ ਹੈ ਹੀ ਨਹੀਂ, ਕੰਮ ਨਹੀਂ, ਕਾਰ ਨਹੀਂ, ਕੋਈ ਸਾਰਾ ਦਿਨ ਪਾਠ ਕਹਿੰਦੇ ਆ ਲੋਕ। ਕਈ ਜਾਣਦੇ ਹੋ ਤਾਂ ਕੀ ਹੈ, ਦੁਨੀਆ ਨਿੰਦਿਆ ਕਰਦੀ ਹੈ। ਜਿਹੜਾ ਕਦੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ ਉਹੀ ਮਾੜਾ ਕਹੂਗਾ। ਜਿਹੜਾ ਆਪ ਬੰਦਗੀ ਕਰਦਾ ਨਾ, ਉਹ ਪਤਾ ਕੀ ਕਹੂ, ਸੱਚੇ ਪਾਤਸ਼ਾਹ ਜੇ 4 ਘੰਟੇ ਕਰਦੇ ਆ ਨਾ, ਮੇਰੇ ਤੇ ਗਰੀਬ ਤੇ ਵੀ ਕਿਰਪਾ ਕਰਦੇ, ਮੈਂ 6 ਘੰਟੇ ਬੈਠਾ, ਮੇਰੇ ਤੇ ਵੀ ਕਿਰਪਾ ਕਰੇ। ਉਹਨੇ ਏਦਾਂ ਬੇਨਤੀ ਕਰਦੀ। ਤੇ ਜਿਹਦੇ ਪੱਲੇ ਕੱਖ ਨਹੀਂ, ਉਹ ਕਹਿੰਦਾ ਲੈ ਪਾਠ ਕਰਦਾ ਇਹ, ਨਾਮ ਜਪਦਾ ਇਹ, ਜਿਹੜਾ ਜਪਦਾ ਮਨ ਤੇ ਤਾਂ ਇੱਧਰ ਉੱਧਰ ਤੁਰਿਆ ਫਿਰਦਾ, ਮਨ ਤੇ ਬੈਠਾ। ਤੂੰ ਦੱਸ ਕੀ ਕਿਸੇ ਦੇ ਮਨ ਤੇ ਬਿਠ ਲਾਇਆ? ਤੂੰ ਆਪਣੇ ਬਾਰੇ ਸੋਚ। ਪਿਤਾ ਇੰਨੇ ਪਰੇਸ਼ਾਨ ਨੇ, ਕਹਿੰਦੇ ਮਰਦਾਨਿਆਂ ਮੇਰਾ ਇੱਕ ਚਿੱਤ ਕਰਦਾ ਮੈਂ ਆਪ ਜਾਵਾਂ, ਪਰ ਸਤਿਗੁਰਾਂ ਦੇ ਮਾਤਾ ਜੀ ਨੇ ਕਿਹਾ ਸੀ ਤੁਸੀਂ ਨਾ ਜਾਇਓ, ਕਿਉਂਕਿ ਮਾਂ ਸਿਆਣੀ, ਉਹਨੂੰ ਪਤਾ ਹੈ ਵੀ ਮੇਰਾ ਪੁੱਤ ਕਿਹੋ ਜਿਹਾ ਹੈ, ਪੁੱਤ ਮੇਰਾ ਫਕੀਰ ਹੈ, ਪੁੱਤ ਮੇਰਾ ਸਾਧੂ ਹੈ। ਜੇ ਬਾਪੂ ਨੇ ਜਾ ਕੇ ਪੁੱਤ ਨੂੰ ਵੇਖ ਲਿਆ ਤੇ ਉੱਥੇ ਵਾਧਾ ਘਾਟਾ ਹੋ ਜਾਂਦਾ, ਲੜ ਪੈਣਾ ਉਹਨੇ ਜੰਗਲਾਂ 'ਚ ਜਾ ਕੇ, ਤੇ ਮਰਦ ਬੋਲਦੇ ਨਹੀਂ ਹੁੰਦੇ, ਕਹਿੰਦੇ ਕੁਛ ਨਹੀਂ ਹੈ। ਹੁਣ ਜਦੋਂ ਮਰਦਾਨੇ ਨੂੰ ਸਾਰੀਆਂ ਗੱਲਾਂ ਆਖੀਆਂ ਤੇ ਭਾਈ ਮਰਦਾਨਾ ਕਿਤੇ ਨਾ ਕਿਤੇ ਇਸ ਗੱਲ ਦੀ ਸੂਹ ਰੱਖਦਾ ਸੀ। ਕਦੋਂ? ਜਦੋਂ ਭਾਈ ਮਰਦਾਨੇ ਦੀ ਪੁੱਤਰੀ ਕਾਕੋ ਦਾ ਵਿਆਹ ਸੀ ਨਾ, ਉਹਨਾਂ ਸਮਿਆਂ 'ਚ ਭਾਈ ਮਰਦਾਨੇ ਨੂੰ ਮਰਦ ਨੇ ਕਿਹਾ ਸੀ, ਮਰਦਾਨਿਆ ਤੈਨੂੰ ਕੁਝ ਦੇ ਦਈਏ। ਕਹਿੰਦਾ ਮਰਦ ਕੀ ਦਓਗੇ? ਸਤਿਗੁਰ ਕਹਿੰਦੇ ਜਾ ਤੈਨੂੰ ਰਬਾਬ ਦਾ ਗੁਣ ਦਿੱਤਾ। ਜਾਣਦਾ ਸੀ ਉਹਦਾ ਵੀ ਮਰਦ ਨੇ ਘਰ ਬਾਰ ਛੱਡਣਗੇ, ਪਰ ਜੇ ਉਹ ਆਖੇ ਵੀ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਦੀਆਂ ਬਚਦੀਆਂ, ਤੇ ਭਾਈ ਮਰਦਾਨੇ ਦੇ ਆਲੇ ਦੁਆਲੇ ਹੋ ਜਾਣਾ ਵੀ ਤੈਨੂੰ ਪਤਾ ਸੀ, ਤੂੰ ਕਿਉਂ ਨਹੀਂ ਦੱਸਿਆ, ਤੂੰ ਲੜ ਲਿਆ ਹੋਇਆ। ਇਸ ਕਰਕੇ ਉਹ ਕਹਿੰਦੇ ਮੈਂ ਖਬਰ ਲੈਣ ਚੱਲਿਆ, ਖਬਰ ਜੋ ਕੋਈ ਹੋ ਲਿਆ ਕੇ ਦੱਸ ਦੂੰ, ਮੈਂ ਆਪਣੇ ਗੱਲ ਕਿਉਂ ਪਾਉਣਾ ਕੋਈ? ਸਿੱਧੀ ਗੱਲ ਉਹਨਾਂ ਦੀ। ਭਾਈ ਮਰਦਾਨਾ ਜੀ ਕਹਿੰਦੇ ਤਾਇਆ ਜੀ ਫਿਕਰ ਨਾ ਕਰੋ, ਉਮਰ 'ਚ ਵੱਡੇ ਆ, ਪਿੰਡਾਂ ਵਿੱਚ ਤਾਏ ਚਾਚੇ ਇੱਕ ਦੂਜੇ ਨੂੰ ਕਹਿ ਕੇ ਬੁਲਾਇਆ। ਕਹਿੰਦੇ ਮੈਂ ਖਬਰ ਲੈ ਕੇ ਆਵਾਂਗਾ। ਸਤਿਗੁਰਾਂ ਦੇ ਚਾਚਾ ਲਾਲ ਚੰਦ ਬਹੁਤ ਪਰੇਸ਼ਾਨ ਨੇ, ਦਾਦਾ ਸ਼ਿਵਰਾ, ਦਾਦੀ ਬਨਾਰਸੀ, ਬਹੁਤ ਚਿੰਤਤ ਸੀ। ਕਹਿੰਦੇ ਸਾਡੇ ਬੱਚੇ ਬਾਰੇ ਇਹੋ ਜਿਹੀ ਖਬਰ ਆਈ ਹੈ, ਰੱਬ ਕਰੇ ਸੱਚੀ ਨਾ ਹੋਵੇ, ਐਸਾ ਕੁਛ ਨਾ ਹੋਇਆ ਹੋਵੇ, ਸੁੱਖਾਂ ਸੁੱਖ ਕੇ ਵਿਆਹਿਆ ਏ। ਅਜ ਦੀਨੋ ਸਭ ਮੋਦੀ ਕਹਾਣਾ, ਭਇਓ ਫਕੀਰ ਸ਼ੋਰ ਕੁਲ ਕਾਨਾ। ਪਿਤਾ ਕਹਿੰਦੇ ਮੈਂ ਸੁਣਿਆ ਵੀ ਮੋਦੀ ਖਾਨਾ ਛੱਡ ਕੇ, ਕੁੱਲ ਦੀ ਲਾਜ ਸੰਗ ਸ਼ਰਮ ਛੱਡ ਕੇ, ਕਿਉਂਕਿ ਬੇਦੀਆਂ ਦੀ ਕੁੱਲ ਹੈ, ਮਾਣ ਸਨਮਾਨ ਹੈ ਲੋਕਾਂ 'ਚ। ਕਹਿੰਦੇ ਉਹ ਫਕੀਰ ਬਣ ਕੇ, ਸਾਧ ਬਣ ਕੇ ਜੰਗਲਾਂ 'ਚ ਫਟੇ ਪੁਰਾਣੇ ਕੱਪੜੇ ਪਾਈ ਬੈਠਾ, ਤਾਂ ਸਾਡੀ ਇੱਜ਼ਤ ਹੈ ਕੋਈ? ਅਸੀਂ ਬੇਦੀ ਹੁੰਦੇ ਆ, ਸਾਡਾ ਨਾਮ ਹੈ ਲੋਕਾਂ ਦੇ ਵਿੱਚ। ਪਟਵਾਰੀ ਦਾ ਪੁੱਤ ਹੋ ਕੇ ਇਹੋ ਜਿਹੇ ਕੰਮ ਸ਼ੋਭਾ ਦਿੰਦੇ ਆ। ਕਹਿੰਦੇ ਪਿਤਾ ਜੀ ਬਹੁਤ ਬੋਲੇ, ਗੁੱਸਾ ਆਏ, ਕਿਉਂਕਿ ਬਾਪੂ ਜੀ ਨੇ ਵੀ ਕਦੇ ਨਹੀਂ ਸਮਝਿਆ ਪੁੱਤ ਪਰਮੇਸ਼ਵਰ ਹੈ, ਪੁੱਤ ਨਿਰੰਕਾਰ ਹੈ। ਸਮਝਿਆ ਕਿਉਂ ਨਹੀਂ? ਕਦੇ ਮਰਦ ਨੇ ਸਮਝਣ ਦੀ ਦਾਤ ਹੀ ਨਹੀਂ ਦਿੱਤੀ। ਉਹਨਾਂ ਨੂੰ ਪਰਦੇ ਵਿੱਚ ਰੱਖਿਆ ਏ। ਗੋਹਰ ਮਰਦਾਨੇ ਤਤਕਾਲ ਸੁਣ, ਕੀਨ ਪਿਆਨੋ ਮਾਨ, ਨਾਨਕ ਜਨਨੀ ਜਨਕ ਮਨ, ਗੁਣ ਹੈ ਅਨਕ ਅਨੁਮਾਨ। ਭਾਈ ਮਰਦਾਨਾ ਜੀ ਉਸੇ ਪੈਰੀ ਤਿਆਰ ਹੋ ਗਏ ਜੀ ਜਿਵੇਂ ਆਏ ਸੀ। ਮਾਤਾ ਤ੍ਰਿਪਤਾ ਦੇ ਚਰਨੀ ਮੱਥਾ ਟੇਕਿਆ, ਪਿਤਾ ਨੂੰ ਨਮਸਕਾਰ ਸਤਿਗੁਰਾਂ ਦੇ ਨੂੰ ਕੀਤੀ, ਤੇ ਮਾਂ ਕਹਿੰਦੀ ਵੇ ਪੁੱਤ ਚੱਲਿਆ ਤੇ ਹੈ, ਮੇਰੀ ਧੀ ਵਾਸਤੇ ਆ ਕੁਝ ਨਹੀਂ ਜੀ। ਮਾਂ ਧੀ ਨੂੰ ਪ੍ਰੇਮ ਬਹੁਤ ਕਰਦੀ, ਬੇਬੇ ਨਾਨਕੀ ਆਪਣੀ ਧੀ ਵਾਸਤੇ ਸੁੱਖ ਦਾ ਸੁਨੇਹਾ ਭੇਜਿਆ, ਤੇ ਇਹ ਵੀ ਕਹਿਤਾ ਮੇਰੇ ਪੁੱਤ ਦੀ ਕੱਲੀ ਕੱਲੀ ਗੱਲ ਲੈ ਕੇ ਆਈ ਮਰਦਾਨਿਆ। ਇਹ ਵੀ ਇਸ਼ਾਰਾ ਕਰਤਾ ਵੀ ਜੇ ਕੋਈ ਐਸੀ ਵੈਸੀ ਗੱਲ ਹੋਈ ਤੇ ਪਿਤਾ ਨੂੰ ਸਾਰੀ ਨਾ ਦੱਸੀ। ਇਹ ਉਹ ਬਾਪੂ ਹੈ ਜਿਹਨੇ ਪੁੱਤ ਮੇਰੇ ਤੇ ਚਪੇੜਾ ਮਾਰੀਆਂ ਸੀ ਪਿੰਡ ਬਾਹਰ ਜਾ ਕੇ। ਮਾਂ ਦਾ ਕਾਲਜਾ, ਮਾਂ ਦਾ ਦਿਲ ਦੇਖੋ ਕਿੱਥੇ ਹੈ। ਭਾਈ ਮਰਦਾਨਾ ਜੀ ਕਹਿੰਦੇ ਮਾਤਾ ਚਿੰਤਾ ਨਾ ਕਰੋ, ਮੈਂ ਚੱਲਿਆ ਸਹੀ ਦਰੁਸਤ ਖਬਰ ਲੈ ਕੇ ਕੱਲ ਨੂੰ ਆਇਆ। ਨਾਲੇ ਮੈਨੂੰ ਪਤਾ ਐਸਾ ਕੁਝ ਨਹੀਂ ਹੋਇਆ, ਲੋਕ ਗੱਲਾਂ ਮਾਰਦੇ, ਲੋਕ ਬਹੁਤ ਕੁਝ ਬੋਲਦੇ ਆ, ਦਿਲਾਸਾ ਦੇ ਕੇ ਗਏ ਨੇ। ਕਿਉਂਕਿ ਜਦੋਂ ਕੁਝ ਹੋਣਾ ਹੋਵੇ ਜਾਂ ਤੁਹਾਨੂੰ ਪਤਾ ਹੋਵੇ ਤਾਂ ਗੱਲ ਸਹਿੰਦੀ 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 ਕਰੀ ਜਾਓ, ਬੰਦਾ ਉਸ ਗੱਲ ਨੂੰ ਝੱਲਣ ਵਾਸਤੇ ਤਿਆਰ ਹੋ ਜਾਂਦਾ, ਤਿਆਰ ਹੋ ਜਾਂਦਾ। ਕਿਸੇ ਬੰਦੇ ਨੂੰ ਪਤਾ ਹੋਵੇ ਤੇਰੀ ਨੌਕਰੀ ਜਾਣੀ ਹੈ, ਉਹਨੂੰ ਰੋਜ਼ ਦੱਸੀ ਜਾਓ, ਅੱਜ ਨਹੀਂ ਕੱਲ ਇੱਕ ਦਿਨ ਚਲੀ ਜਾਊਗੀ, ਜਿੱਦਣ ਨੌਕਰੀ ਛੱਡੀ ਜਾਊ ਚੱਲੂ, ਕਿਦਾਂ ਫਿਰ ਕੀ ਪਤਾ ਨਹੀਂ ਸੀ ਬਈ ਅਚਨਚੇਤ ਹੋ ਗਈ। ਬੰਦਾ ਕਹਿੰਦਾ ਮੈਂ ਮਰ ਜਾਣਾ, ਮੇਰਾ ਤੇ ਸਹਾਰੇ ਕੋਈ ਨਹੀਂ। ਜਦ ਪਤਾ ਹੋਵੇ ਵੀ ਮੈਂ ਨੌਕਰੀ ਛੱਡਣ ਲੱਗਿਆ ਏ, ਉਹ ਆਪਣੇ ਕੰਮ ਕਾਰ ਵੇਖ ਲੈਂਦਾ, ਹਿਸਾਬ ਕਿਤਾਬ ਵੇਖ ਲੈਂਦਾ, ਮਤਲਬ ਝੱਲ ਸਕਦਾ। ਭਾਈ ਮਰਦਾਨਾ ਜੀ ਹੌਸਲਾ ਦੇ ਕੇ ਗਏ ਵੀ ਹੁਣ ਥੋੜੀ ਜਿਹੀ ਗੱਲ ਤੇ ਪਤਾ ਲੱਗ ਗਈ ਇਹਨਾਂ ਨੂੰ ਵੀ ਸਾਡਾ ਪੁੱਤ ਕੰਮਕਾਰ ਛੱਡ ਗਿਆ, ਜੰਗਲਾਂ 'ਚ ਬੈਠਾ ਹੈ। ਹਜੇ ਇਹ ਨਹੀਂ ਪਤਾ
भी साडी रूह रानी किथे है, किथे है वो। एको बार आए ने गुरु नानक साहब महाराज, मैनूं लगदा पिछे आप जी ने सुने 1 महीना कट के गए ने घरे अपनी धर्म पत्नी दे समीप। उस तो बाद ते साडे माता सुलखणी जी इत्थे आए घरे सीधा ही पेके बनने चले गए, पक्खों के रंधावे गए। हुण भाई मरदाना चले आ जी सुनेहा लैण, की सुनेहा आएगा, की कुछ होएगा, सतगुरां दी किरपा नाल कल सरवण करांगे। वाहिगुरू 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 वाहिगुरू